कीता है। लड़ीवार गुरबाणी शब्द विचार अज दे अमृतमई बचनां दा पाठ भाई साहब जी पासों सरवण कीता। पवित्र बाणी दी लड़ीवार विचार दे नाल सांझ पाउण लई जो समा प्राप्त हो रहा है, मन बिरतियां नूं एकाग्र करदे होए नमाणे जे हो के चवर छतर तखत दे मालक धन गुरु ग्रंथ साहिब महाराज जी दे पावन चरनां विच जुड़न दा यतन करिए। सबना दियां हाजरियां समरथ सतगुरु जी दे पावन चरनां विच लग जाण। धन धन गुरु नानक साहिब जी अज दे अमृतमई बचनां राहीं जो सानू मनुखी दुनियावी जीवां नूं समझाउणा चाहुंदे हन, एक मन एक चित हो के समझण दा यतन करिए जी। वाहेगुरु साहिब जी। जप जी साहिब सच खंड वसै निरंकार कर कर वेखै नदर निहाल। आप जी रोजाना इस अस्थान तो लड़ीवार गुरबाणी शब्द विचार दे नाल सांझ पाउंदे आ रहे हो। धन गुरु नानक साहिब जी वल्लों उचारण कीती हुई पवित्र बाणी जप जी साहिब, जिस विचों 37 नंबर पौड़ी का पाठ आप जी ने सरवण किया है। इस पावन पौड़ी दे विच गुरु साहब जी ने 2 खंड का जिक्र किया, एक कर्म खंड और एक सच खंड। जिस विचों कर्म खंड की विचार आप जी ने कल सरवण की और अज जिहड़ी विचार है वो सच खंड की है। सच खंड आम तौर पर साड़ी रसना ते उदों आउंदा है जदों कोई शरीरक चोला त्याग जांदा है ते असीं एकदम वो स्टैंप वो मोहर ला दिंदे हां कि ये सचखंड वासी हो गया। जिहड़ा शरीरक चोला छड्ड के चला गया असीं कहने हां सचखंड वासी। पर जिन्हों असी सचखंड वासी कह रहे हैं उहदे सारे जीवन की कमाई देखनी पएगी, उहदा आचरण उहदा जीवन देखना पएगा कि वाकई वो सचखंड वासी दे लायक है, योग है। और दूसरी गल कि सचखंड दे विच वसना शरीरक चोला त्यागण तो बाद दी खेड नहीं। ये साडे जीवदियां जी दी अवस्था है। असीं जिहड़ा सानू ये जीवन विच सवास मिले ने जीवन वास्ते जिंदगी वास्ते, इन्हां सवासां राहीं ही असीं सचखंड तक पहुंचना है। और दूसरी विचार की सचखंड असीं उहनूं किस रूप दे विच समझना। वैसे तो इसका अर्थ है कि सच खंड वो भाग जिहदे विच सच वसदा है, जिहदे विच सच समाया है। ते दुनिया दे विच सच कौन है? आद सच, जुगाद सच, है भी सच, नानक होसी भी सच। इको ही है सच परमेश्वर। ते परमेश्वर दा नाम जप मन सत नाम सदा सत नाम। जिहड़ा सच्चा नाम है उहदा सदीवी
ਉਹ ਸੱਚ ਹੈ, ਜੇ ਪਰਮੇਸ਼ਵਰ ਹੈ ਉਹ ਸੱਚ ਹੈ। ਜਿਸ ਭਾਗ ਦੇ ਵਿੱਚ ਉਹ ਵਸਦਾ ਹੈ, ਹੁਣ ਇੱਥੇ ਸਮਝਣਾ ਪਏਗਾ, ਕਿਉਂਕਿ ਕੋਈ ਦੁਨੀਆ ਦਾ ਐਸਾ ਭਾਗ ਨਹੀਂ ਜਿੱਥੇ ਪਰਮੇਸ਼ਵਰ ਨਹੀਂ ਵਸਦਾ। ਬੜੀ ਵਾਰ ਆਪਾਂ ਵਿਚਾਰ ਕੇ ਇੱਥੇ ਤੱਕ ਪਹੁੰਚੇ ਹੋਏ ਹਾਂ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਇਹਦਾ ਮਤਲਬ ਇਹ ਜਗ ਕੀ ਹੈ ਜਿਹਦੇ ਵਿੱਚ ਸੱਚ ਦਾ ਵਾਸ ਹੈ। ਇਹ ਸਾਰਾ ਸੰਸਾਰ ਹੀ ਸੱਚਖੰਡ ਹੈ, ਕਿਉਂਕਿ ਜਿਹਨੇ ਉੱਥੇ ਤੱਕ ਪਹੁੰਚਣਾ ਕੀਤਾ ਉਹ ਤੇ ਕਹਿੰਦਾ ਹੀ ਨਹੀਂ ਵੀ ਉਹ ਇੱਕ ਥਾਂ ਤੇ ਹੈ। ਉਹ ਤੇ ਕਹਿੰਦੇ ਜੈ ਜੈ ਵੇਖੋ ਤੈਂ ਹਜੂਰ ਦੂਰ ਕਤਹੋਂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ। ਉਤੇ ਸਰਬੱਤਰ ਵਿੱਚ ਰਵਿਆ ਹੋਇਆ। ਇਹਦਾ ਮਤਲਬ ਜਿਹੜਾ ਇਹ ਸਰਬੱਤਰ ਰੂਪ ਹੈ ਇਹ ਸਾਰਾ ਹੀ ਸੱਚਖੰਡ ਹੈ, ਪਰ ਸਾਡੀ ਸੋਚ ਤੋਂ ਬਾਹਰ ਹੈ। ਹੈ ਤੇ ਸੱਚਖੰਡ, ਪਰ ਸਾਡੀ ਸੋਚ ਸਾਡੀ ਸਮਝ ਤੋਂ ਬਾਹਰ ਹੈ। ਫਿਰ ਦੂਸਰਾ, ਸਾਡੇ ਹਿਰਦੇ ਦੇ ਅੰਦਰ ਪਰਮੇਸ਼ਵਰ ਦਾ ਵਾਸ ਹੈ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਉਹ ਹਿਰਦੇ ਵਿੱਚ ਵਸਦਾ ਹੈ, ਉਹ ਦਿਲ ਦੇ ਕਰੀਬ ਵਸਦਾ ਹੈ। ਇਹਦਾ ਮਤਲਬ ਇੱਕ ਸੱਚਖੰਡ ਸਾਡੇ ਹਿਰਦੇ ਵਿੱਚ ਹੈ। ਅਸੀਂ ਉਹਦੇ ਤੋਂ ਵੀ ਪਰੇ ਹਾਂ, ਕਿਉਂਕਿ ਸਾਡੀ ਹਜੇ ਸੋਚ ਉੱਥੇ ਤੱਕ ਨਹੀਂ ਪਹੁੰਚੀ। ਅਸੀਂ ਆਪਣਾ ਗਿਆਨ ਦਾ ਤਲ ਉੱਥੇ ਤੱਕ ਨਹੀਂ ਅਸੀਂ ਵਧਾ ਸਕੇ। ਨਾ ਇਸ ਬ੍ਰਹਿਮੰਡ ਵਿੱਚੋਂ ਦੀ ਅਸੀਂ ਉਹਨੂੰ ਪ੍ਰਾਪਤ ਕਰਕੇ ਸੱਚਖੰਡ ਬਣਾ ਸਕੇ, ਤੇ ਨਾ ਆਪਣੇ ਅੰਦਰ ਉੱਥੇ ਤੱਕ ਪਹੁੰਚ ਬਣਾ ਕੇ ਉਹਨੂੰ ਸੱਚਖੰਡ ਨੂੰ ਸਮਝ ਸਕੇ। ਫਿਰ ਇਹਨੂੰ ਸਮਝਣ ਵਾਸਤੇ ਸਾਨੂੰ ਇੱਕ ਹੋਰ ਸੱਚਖੰਡ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਸੱਚਖੰਡ ਹੈ। ਸਾਧ ਸੰਗਤ, ਸਾਧ ਦਾ ਅਰਥ ਹੈ ਗੁਰੂ, ਸੰਗਤ ਦਾ ਅਰਥ ਜਿੱਥੇ ਬੈਠੇ ਹਾਂ। ਇੱਕ ਆਹ ਸੱਚਖੰਡ ਹੈ ਜਿੱਥੇ ਤੁਸੀਂ ਆਪਾਂ ਸਾਰੇ ਆ ਕੇ ਬੈਠੇ ਹਾਂ, ਜਿੱਥੇ ਅਸੀਂ ਸੱਚ ਦੀ ਪੜ੍ਹਾਈ ਪੜ੍ਹਨ ਵਾਸਤੇ ਆਏ ਹਾਂ, ਸੱਚ ਨੂੰ ਸਮਝਣ ਲਈ ਆਏ ਹਾਂ, ਸੱਚ ਦਾ ਗਿਆਨ ਲੈਣ ਵਾਸਤੇ ਆਏ ਹਾਂ, ਜਿੱਥੇ ਅਸੀਂ ਸੱਚ ਨੂੰ ਬੁੱਝਣ ਲਈ ਆਏ ਹਾਂ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹਜੇ ਅਸੀਂ ਆਪਣੇ ਆਪਣੇ ਘਰ ਜਿਹੜੇ ਆ ਉਹ ਬਣਾ ਕੇ ਬੈਠੇ ਆ। ਆ ਵੀ ਇੱਕ ਘਰ ਹੈ, ਪਰ ਜਿਸ ਦਿਨ ਤੁਸੀਂ ਸੱਚ ਨੂੰ ਸਮਝ ਲਓਗੇ, ਤੁਹਾਡਾ ਗ੍ਰਹਿ, ਤੁਹਾਡਾ ਘਰ ਕੀ ਹੈ, ਤੁਹਾਡੇ ਘਰ ਜਿਹੜਾ ਗ੍ਰਹਿ ਘਰ ਹੈ ਤੁਹਾਡਾ ਮੰਦਿਰ ਬਣ ਜਾਏਗਾ। ਗ੍ਰਹਿ ਮੰਦਿਰ ਬਣਿਆ, ਉਹ ਗ੍ਰਹਿ ਮੰਦਿਰ ਬਣ ਜਾਏਗਾ। ਪਰ ਕਦੋਂ? ਜਦੋਂ ਅਸੀਂ ਸੱਚ ਨਾਲ ਜੁੜ ਜਾਵਾਂਗੇ। ਜਿੱਥੇ ਅਸੀਂ ਸੱਚ ਨਾਲ ਜੁੜ ਗਏ, ਉਹ ਖੰਡ, ਉਹ ਭਾਗ ਕਿਹੜਾ ਹੈ, ਉਹ ਫਿਰ ਸੱਚਖੰਡ ਬਣ ਜਾਏਗਾ। ਹੁਣ ਅੰਦਰ ਦੇ ਸੱਚਖੰਡ ਤੱਕ ਪਹੁੰਚਣ ਵਾਸਤੇ ਪਹਿਲਾਂ ਸਾਨੂੰ ਬਾਹਰ ਦੇ ਸੱਚਖੰਡ ਨਾਲ ਆਪਣੀ ਸਾਂਝ ਬਣਾਉਣੀ ਪੈਣੀ ਹੈ, ਜਿਹਨੂੰ ਭਾਈ ਗੁਰਦਾਸ ਜੀ ਕਹਿ ਰਹੇ ਨੇ ਸਾਧ ਸੰਗਤ ਸੱਚਖੰਡ ਹੈ। ਆਹ ਸੱਚਖੰਡ ਹੈ। ਇੱਥੇ ਬੈਠ ਕੇ ਗੁਰੂ ਸਾਹਿਬ ਦੇ ਰਾਹੀਂ ਅਸੀਂ ਅੰਦਰਲੇ ਸੱਚਖੰਡ ਤੱਕ ਪਹੁੰਚਣਾ ਹੈ। ਸਾਡਾ ਸਫ਼ਰ ਹੈ, ਅਸੀਂ ਉੱਥੇ ਤੱਕ ਪਹੁੰਚਣਾ ਜਿੱਥੇ ਨਿਰੰਕਾਰ ਦਾ ਵਸੇਵਾ ਹੈ। ਔਰ ਸੱਚਖੰਡ ਨੂੰ ਗੁਰਬਾਣੀ ਅੰਦਰ ਜਿਵੇਂ ਜਿਵੇਂ ਕਿਸੇ ਨੇ ਸਮਝਿਆ ਉਵੇਂ ਉਵੇਂ ਉਹਨੇ ਬਿਆਨ ਕੀਤਾ। ਗੁਰਬਾਣੀ ਵਿੱਚ ਬੈਕੁੰਠ ਸ਼ਬਦ ਵੀ ਹੈ। ਗੁਰਬਾਣੀ ਦੇ ਵਿੱਚ ਬੇਗਮਪੁਰਾ ਸ਼ਹਿਰ ਕੋ ਨਾਉ ਵੀ ਆਇਆ। ਇਹ ਵੀ ਸੱਚਖੰਡ ਹੈ। ਬੈਕੁੰਠ ਵੀ ਸੱਚਖੰਡ ਹੈ, ਬੇਗਮਪੁਰਾ ਵੀ ਜਿਹੜਾ ਇਹ ਸੱਚਖੰਡ ਹੈ। ਤੇ ਜਿਹੜਾ ਇੱਥੇ ਤੱਕ ਪਹੁੰਚਿਆ ਉਹਨੇ ਬੇਗਮਪੁਰਾ ਸ਼ਹਿਰ ਕੋ ਨਾਉ ਕਹਿ ਦਿੱਤਾ, ਜਿਹੜਾ ਪਹੁੰਚਿਆ ਉਹਨੇ ਬੈਕੁੰਠ ਕਹਿ ਦਿੱਤਾ, ਤੇ ਜਿਹੜਾ ਪਹੁੰਚਿਆ ਉਹ ਦੁਨੀਆ ਦੀ ਹਾਲਤ ਨੂੰ ਫਿਰ ਦੱਸਦਾ ਹੈ। ਕਹਿਣ ਲੱਗੇ ਸਾਰੇ ਹੀ ਕਹਿ ਰਹੇ ਨੇ ਬੈਕੁੰਠ ਜਾਣਾ, ਸਾਰੇ ਹੀ ਕਹਿ ਰਹੇ ਆ ਸੱਚਖੰਡ ਵਸਣਾ, ਸੱਚਖੰਡ ਦਾ ਵਾਸੀ ਬਣਨਾ, ਪਰ ਦੇਖਣਾ ਇਹ ਹੈ ਵੀ ਅਸੀਂ ਉਸ ਰਾਹ ਚੱਲ ਵੀ ਰਹੇ ਹਾਂ ਕਿ ਨਹੀਂ ਚੱਲ ਰਹੇ। ਕਹਿ ਰਹੇ ਹਾਂ ਸੱਚਖੰਡ ਜਾਣਾ, ਪਰ ਉਸ ਰਾਹ ਅਸੀਂ ਤੁਰ ਰਹੇ ਹਾਂ ਕਿ ਨਹੀਂ, ਉਸ ਰਾਹ ਦੇ ਪਾਂਦੀ ਹਜੇ ਬਣੇ ਆ ਕਿ ਨਹੀਂ ਬਣੇ।
क्योंकि जिहड़ा उस राह ते तुर के सचखंड वाले पासे नूं तुर पिया वो किसी वहम भरम च नहीं पैंदा। वो कर्म कांड करदा तुहानूं नज़र नहीं आएगा। वो दुख सुख तो उपर हो जाएगा। अज दा इस अस्थान ते जिहड़ा गुरु साहब ने हुक्म दिता है ये वो सचखंड दा जिहड़ा रस्ता है ना उत्थे राह ते तुरन वाले जिहड़े पांधी ने ये उन्हां वास्ते है कि जे तुसी सचखंड तक पहुंचना है पहला अपना जीवन बनाओ जो नर दुख में दुख नहीं मानै सुख स्नेह अर भै नहीं जाकै कंचन माटी मानै। अज जो गुरु साहब ने हुक्म बख्शिया इस अस्थान ते सब कहते सचखंड जिहड़ा है वो तुहाडे हिरदे दे अंदर है पर जाना तुहानूं सुरत करके पैना है। ते सुरत भी कली नहीं चलनी सुरत नूं भी शब्द नाल जुड़ना पैना है। जिहड़ा शब्द तुहानूं सच्चा शब्द भी सच्चा है। हुण सच्चा शब्द भी सानूं सतगुरु कोलों मिलना ये भी ध्यान रखियो कड़ी एक एक जुड़ेगी तां जाके माला बनदी है। हुण सचखंड तक पहुंचना है सच्चा नाम चाहिदा है। सच्चा नाम सतगुरु दे कोल है। सतपुरख जिन जानिया सतगुर तिसका नाम। जिन्हें सतपुरख नूं जानिया उहदा नाम सतगुर है। ते सतगुरु कोल की है सच्ची बाणी है। ते सतगुरु सच्ची बाणी नाल जोड़दियां नाल कच्ची बाणी दा भी हवाला दे के समझाउंदे आ कि किते तूं अपने रस्ते तो भटक ना जाई थिड़क ना जाई तेरे कदम किते लड़ खड़ा ना जाण क्योंकि रस्ते विच कच्ची बाणियां वाले भी आउणगे जिहड़े तैनूं अपने बनाए हुए सचखंड वल ले जाणगे। जिहड़े सचखंड विच सतगुरु ले जाना चाहुंदे आ उहदे ते 5 खंड सानूं दस दित्ते भी आ पड़ाअ ने एक एक पड़ाअ पार करदे जाओ ते पहुंचोगे। पर एक सचखंड असीं बना के रख दिता। ते जदों असीं सतगुरु दी सच्ची बाणी दा आसरा लैके तुरांगे ते वो कच्ची बाणी वाले भी सानूं सचखंड दिखाउणगे अपना कि तुसीं इस सचखंड वल नूं आओ। ते लोक फिर भरम दे विच पए तुर जांदे ने। कई बार ऐसा हुंदा है कि जिहड़े उन्हां ने अपने बनाए सचखंड नहीं उन्हां दे दरवाजे बंद हुंदे आ। वो पहलां उत्थे वचन लिया जाता है भी तुसीं आह कर्म जे करोगे तां तुहानूं अंदर जाण दिता जाएगा। पर आ साध संगत सचखंड है इहदा दरवाजा ते कदे बंद नहीं होया। आ ते दरवाजा सदा लई खुलिया किसी लई कोई रोक नहीं। गुरु नानक साहब तो लैके गुरु गोबिंद सिंह महाराज पातशाह जां गुरु ग्रंथ साहब पातशाह तक दरवाजा किसी लई बंद नहीं होया। और जिहड़ा ये रस्ता सतगुरु ने दिखाया ना उत्थे किस कदे नफरत नहीं ईरखा नहीं वैर विरोध नहीं है। इस राह ते तुरदियां ये वैर विरोध नफरत ईरखा मिटा के फिर सचखंड तक पहुंचिया जाना है। जिहड़ा अंदर हजे ईरखा नाल भरिया पिया नफरत नाल भरिया पिया वैर विरोध नाल भरिया पिया माफ करना बाहरों धर्मी जरूर बन गया पर हजे सचखंड वाले रस्ते नहीं तुरिया। क्योंकि जिहड़े इस राह दे पांधी बन जाते ने उन्हां अंदर नफरत नहीं रहिंदी ईरखा नहीं। ये मिटा के ही ते अगे तुरना है। इस मत भेद नूं मिटा के नफरत नूं जिहड़े वितकरे ने ये मिटा के ही ते अगे तुरना है। जे सचखंड नूं समझना चाहुंदे हो ते पहला सानूं गुरु घर एक करने पैणगे। सानूं अपनियां अपनियां जातां बरादरियां तो उपर उठना पएगा। असीं पहुंचना सचखंड चाहुंदे आ असीं हजे भी बरादरी ते जातां विच पए आ। गुरु घर नूं जात विच ना वंडीए। गुरु घर नूं असीं बरादरी विच ना वंडीए क्योंकि बहुत हद तक असीं वंडिया होया है। जदों एक शहर दे विच 4-4 गुरु घर एक पिंड विच 4-4 गुरु घर नज़र तुहानूं आउणगे और संगत भी वंडी हुई है। ये तां फलाणी संगत उत्थे जांदी है फलाणी उत्थे जांदी है। असीं अपनी अपनी संगत भी अपनी अपनी असीं बना लई ते पहुंचना सचखंड चाहुंदे आ।
क्योंकि अज दे विषय नूं समझण लई ये गल्लां समझणियां जरूरी ने। असीं जाना सचखंड है, पहुंचना सचखंड है, पर अपनियां ते वंडियां पा के बैठे हैं, धड़े बना के असीं अपने अपने बैठे हैं। किन्नियां सोसाइटियां बन गईयां, पर उन्हां दे प्रति एक दूजे दे प्रति किन्ना कु प्यार है, किन्नी कु मुहब्बत है दिलां विच। कई थावां ते नफरत वेखण नूं मिलदी है। मैनूं माफ कर दिओ, क्योंकि बंदा कहंदा ओहदी संगत क्यों वध गई, मेरी वधनी चाहिदी है, उधर ले इधर ले आओ। हजे ते आपां इत्थे फसे पए हां। पहुंचना असीं सचखंड वसै निरंकार, जिथे निरंकार वसदा है पहुंचना उत्थे चाहुंदे आ, पर हजे तो एक दूजे नूं तोड़न ते लगे होए आ। जिहड़े घर विचों आपां लंघ के सचखंड जाना सी निरंकार तक, उत्थे तोड़न वाला सबजैक्ट नहीं है, विशा नहीं है, उत्थे जोड़न वाला विशा है। गुरु हरगोबिंद साहब ने गुरु हरराय साहब नूं की सिक्ख्या दित्ती सी कि जे धर्मी चोला पाउणा है तो फिर तुसीं जोड़न वाली जिहड़ी आ ओह गल करो, तुसीं आ तोड़न वाली नहीं। नफरत नहीं इस घर विच, ईरखा नहीं इस घर दे विच। कहण लगे एक पिता एकस के हम बारक। इस घर दे विच ओह जे सचखंड जाना है तो पहला इन्हां पंक्तियां नूं समझ के चलना पैना है। अवल अल्लाह नूर उपाया कुदरत के सब बंदे, एक नूर ते सब जग उपजिया कौन भले को मंदे। पर हजे तो पढ़ रहे हैं, समझ नहीं रहे। वैसे मोर ला रहे, असीं नहीं लावांगे, साडे परिवार दे ला देणगे भी सचखंड वासी। वासी का अर्थ की हुंदा है? जिथे वस गया सारी उम्र। एक दिन आप जी नाल सांझ पाई सी कि एक अंतम अरदास किसी दी, ते जदों विचार करन वास्ते जाना, दरवाजे जी एक सज्जण मिलिया ते उन्हें हाथ जोड़ के पहला ही कह दिता कि तुसीं कथा करनी है ते उत्थे गुरमुख शब्द नहीं वरतना। एक दिन जिक्र किया सी कि तुसीं ये नहीं कहना भी गुरमुख प्यारा शरीरक चोला छड्ड गया। पुछया क्यों? कहण लगे कदे गुरुद्वारे ते आया ही नहीं, हो कदे संगत तां कीती नहीं, सारी उम्र ते नशे करदा रहा, सारी उम्र तां उहदी ठेकियां ते नशियां ते विकारां ते जुआ खेडदियां लंघ गई है सारी उम्र। ते अज परिवार ने गुरु घर, क्योंकि साडी एक मर्यादा एक परंपरा तुरी आ रही है, उस मुताबक अरदास तां गुरु घर विच ही होनी है, पाठ भी होना है, संगत भी इकट्ठी होनी है। उन्हें आख्या गुरमुख शब्द नहीं तुसीं बोलना। क्यों? क्योंकि तुहानूं उहदे जीवन का नहीं पता। सारी उम्र उन्हें की कमाया, असीं मोर एक मिनट च लाती गुरमुख दी। इसलिए साहब कहते सचखंड वासी कह देना बड़ा सौखा जे, पर उहदे विच वसना बड़ा औखा है। इसे तरह असी ते हजे वंडियां विच ही पए हुए हां। असी हजे गुरु ग्रंथ साहिब जी की बाणी नूं समझ ही नहीं सके। पहले तो सानू गुरु घर दे जिन्ने भी असी अस्थान ने, इन्हां तो अपने अपने जात अपने अपनी बरादरी दे नाम मिटाउणे पैणगे, तां सचखंड वसै निरंकार दी समझ आउणी है। हजे असी बाहरों ही उलझे पए हां, अंदर दियां उलझना कित्थे जाके सुलझावांगे। सानू ये समय दे नाल समझण, क्योंकि गुरबाणी समझण दा विषय है। और दूसरी गल जिहड़ी जिन्हां गुरु के प्यारियां नूं समझ आ गई ते जिन्हां नूं समझ आई सी उन्हां दे नाम नाल कदे लाया ही नहीं ये सचखंड वासी है। उन्हां दे नाम नाल असीं कदे नहीं लाया। बड़े कमाईयां वाले जीवन वाले होए ने, जिन्हां नूं सचखंड दा पता भी कोई नहीं सी, असीं नाम उन्हां दे ला दिता सचखंड वासी। ये हकीकत है, इहनूं भावना नाल समझिओ। किसी दी शरदा नूं कोई ठेस नहीं है, क्योंकि समझण दा तरीका है। कई बारी बंदा कहंदा भी ये ते साडी भावना नूं सट मारदे आ, सट नहीं है। चलो सट भी समझ लो, क्योंकि जिन्ना चिर पत्थर नूं सट नहीं बननी, मूर्ति तां ओह भी नहीं बननी। जिन्ना चिर आ कपड़ा तुसीं शानदार कपड़ा लैके सवा के पाया, इहनूं भी तां कैंची नाल कट्टिया गया है, इहनूं भी सूई धागे नाल सीता गया। ते जे इहदे विच सूईयां ना खुभदियां ते इह साडे तन दा शिंगार नहीं सी बनना।
अगां जाके फिर जिक्र आएगा अगली पौड़ी दे विच कि जिवें एक सुनयारा घटदा ते सोना भी उन्ना चिर शिंगार नहीं बनता जिन्ना चिर उन्होंने थोड़ी नहीं वजदी। जे सानू सट लगदी है तो लगन दिओ, की पता अंदरों शिंगारे जाइए। बाहर दी मूरत खत्म हो जाए तो अंदर दी मूरत प्रगट हो जाए। असीं अंदर नूं ही प्रगट करना है ना, बाहर दी ते प्रगट है ही है। असीं बाहर जिहड़ी मूरत वो ते प्रगट है, पर वो ते एक दिन खत्म हो जाएगी। असीं वो मूरत प्रगट करनी जिहदे विच सदा लई समा जाना है, सदा लई लीन हो जाना है, क्योंकि वो मूरत काल तो रहत है। अकाल मूरत, वो काल समय तो रहत है मूरत। भाई तिलका जी होए ने, आ गढ़ शंकर दा इलाका तुसीं वेखिआ, नेड़े ही है अपने। गढ़ शंकर दे इलाके विच भाई तिलका जी होए ने और असल विच सच नाल जुड़े हुए ने, क्योंकि जिहड़ा सच नाल जुड़ गया वो कर्म कांड नाल वहम भरम नाल नहीं जुड़ेगा। उहदे लई भावें तुसीं एक नहीं 10 सचखंड बना दिओ, कदी नहीं उधर जाएगा, क्योंकि वो सच नाल जुड़ चुका है। भाई तिलका जी सतगुरु दे चरनां दे विचों जो गुरमत लई सी उहदे ढांचे विच अपने आप नूं ढालिया ते गढ़ शंकर विच एक ऐसा धर्मी जिन्हें धर्म दा बाणा पाया होया है, धर्म दा बाणा पा के ते लोकां नूं सचखंड दिखाउंदा पिया है। पूरा पिंड उहदे कोल जांदा है और जाके उहनां दे उहदे पैरां 'च मत्था टेकदा है ते पूरे पिंड विच गढ़ शंकर विच जे कोई नहीं जांदा ते भाई तिलका नहीं जांदा। हुण इहनूं बड़ी खिज चढ़दी है भी एक जना मेरे कोल नहीं आउंदा, बाकी सारे ही आउंदे ने, इहनूं भी किसी तरह अपने कोल लैके आवां, किसी ना किसी तरह इहनूं भी अपने वल खिंचां। उहने कह दिता भी अज मेरा जिहड़ा दर्शन करेगा ना, अज उहनूं 1 महीने स्वर्ग दी थां मिलेगी। ऐलान कर दिता उहने, क्योंकि असीं इन्हां गल्लां 'च बड़े उलझ जाने आ और भज्जे जाने आ। असीं गुरु साहब जी ने 12 माहां दे विच सानू 12 शब्द दे दिते ने। सतगुरु जी ने हुण तुसीं सरवण करना है, चेत शब्द करना, पूरा शब्द सुनना है, विसाख दा सुनना है, पर साडी सोई माघ ते क्यों अटक जाती है? जे साडी माघ दे शब्द ते ही सोई अटक जाती है तो जिहड़े 12 शब्द उचारण कीते वो एवें ही ने। जिहड़ा चेत गोबिंद आराधिया होवे आनंद घना, उहदा कोई मायने नहीं रखता। जां फलगुण आनंद उपार्जन, जां होर शब्द बड़े ने बाणी विच, आसाड़ तपंदा तिस लगे हर नाहो ना जिन्ना पास, वैसाख धीरन क्यों वाडियां जिन्ना प्रेम विशो। ये सारियां गल्लां जड़ियां सी समझण वालियां, पर सानू एक ते लिया के रोक दिता। एक ते ही जुड़ते फिर असीं बाहर दे कर्म कांड नाल ही गए आ कि तुसीं 1 महीना जिहड़ा इहदे नाल जुड़ोगे तुहानू स्वर्ग मिलेगा, तुहानू सचखंड मिलेगा। ते जे इदां ही मिलने फिर सारी बाणी बाकी तां लोड़ ही नहीं आपां नूं, ना जपजी साहब दी लोड़ है, ना सुखमनी साहब दी लोड़ है, बस एक शब्द दा अभ्यास करो। पर सानू तां एक अंग तो 1430 अंग तक गुरबाणी दिती है समझण वास्ते, असीं फिर उत्थे ही अटक गए हैं। ये भी भावना नाल समझियो, ये किसी दी भावना नूं ठेस नहीं। क्यों? क्योंकि सचखंड नूं समझना जरूरी है। हुण भाई तिलका जिहड़े पिंड वाले सी वो बड़े भजे भजे गए भी अज दर्शन करांगे ते 1 महीने दा स्वर्ग मिलेगा। सारे ही आ गए, सारियां ने मत्थे टेकते पैरां दे विच, भाई तिलका फिर नहीं आया। इहनूं फिर खिज चढ़ गई भी मैं किसी ना किसी तरह ये गुरु के सिख नूं अपने वल लैके आउणा है। अगले दिन उन्हें ऐलान कर दिता भी जिहड़ा मेरा अज दर्शन करेगा उन्होंने सचखंड दे विच थां मिलेगी, उन्होंने सचखंड विच थां मिलेगी। भाई तलोका जी अपनी बाणी विच लीन ने, वो सच नाल जुड़े हुए ने, परवाही कोई नहीं है। पूरा पिंड फिर सचखंड दा वासी बनन लई जाके पहुंच गया दर्शन करन। देखिया भाई तिलका फिर नहीं आया। तीसरे दिन फिर ऐलान कर दिता भी जिहड़ा अज मेरा दर्शन करेगा ना, ये गढ़ शंकर भाई तिलका जी
ਕਹਿੰਦੇ ਜਿਹੜਾ ਅੱਜ ਮੇਰਾ ਦਰਸ਼ਨ ਕਰੇਗਾ ਉਹਦਾ ਪੂਰੇ ਦਾ ਪੂਰਾ ਜਨਮ ਸੱਚਖੰਡ ਦੇ ਵਿੱਚ ਪ੍ਰਵਾਨ ਹੈ। ਉਹਦਾ ਇੱਕ ਜਨਮ ਲੇਖੇ ਵਿੱਚ ਲੱਗ ਜਾਏਗਾ। ਭਾਈ ਤਿਲਕਾ ਜੀ ਫਿਰ ਨਹੀਂ ਆਏ। ਹਾਰ ਕੇ ਫਿਰ ਇਹਨੇ ਪਤਾ ਕੀ ਆਖਿਆ, ਕਹਿਣ ਲੱਗੇ ਚਲੋ ਕੋਈ ਨਹੀਂ ਆਇਆ, ਅਸੀਂ ਤਾਂ ਪਰਉਪਕਾਰੀ ਹੁੰਨੇ ਆ, ਇਹ ਸਾਡੇ ਕੋਲ ਨਹੀਂ ਆਇਆ, ਅਸੀਂ ਉਹਦੇ ਕੋਲ ਚੱਲਨੇ ਆ ਦਰਸ਼ਨ ਦੇਣ ਵਾਸਤੇ। ਅਸੀਂ ਉੱਠ ਕੇ ਉਹਨੂੰ ਦਰਸ਼ਨ ਦੇਣ ਵਾਸਤੇ ਜਾਂਦੇ ਆ। ਚਲੇ ਗਏ। ਉਹ ਚਲਾ ਗਿਆ ਜਿਹੜਾ ਪਖੰਡੀ ਸੀ, ਧਰਮੀ ਸੀ, ਬਾਹਰੋਂ ਧਰਮ ਦਾ ਪਹਿਰਾਵਾ ਪਾ ਕੇ ਲੋਕਾਂ ਨੂੰ ਸਵਰਗ ਤੇ ਸੱਚਖੰਡ ਗੱਲਾਂ ਵਿੱਚ ਹੀ ਦਿਖਾ ਰਿਹਾ ਸੀ। ਕਬੀਰ ਸਾਹਿਬ ਨੇ ਬੜੀ ਕ੍ਰਾਂਤੀ ਲਿਆਂਦੀ ਹੈ, ਜਾਗਰਤਾ ਲਿਆਂਦੀ ਹੈ। ਕਹਿਣ ਲੱਗੇ ਪਤਾ ਹੈ ਨਹੀਂ ਬੈਕੁੰਠ ਕਿੱਥੇ ਹੈ, ਪਰ ਗੱਲਾਂ ਅਸੀਂ ਕਰ ਰਹੇ ਹਾਂ ਬੈਕੁੰਠ ਦੀਆਂ। ਪਤਾ ਹੈ ਨਹੀਂ ਉਹ ਰਸਤਾ ਕਿੱਧਰ ਨੂੰ ਜਾਂਦਾ ਹੈ, ਪਰ ਗੱਲਾਂ ਅਸੀਂ ਬੈਕੁੰਠ ਦੀਆਂ ਕਰ ਰਹੇ ਹਾਂ। ਹੁਣੇ ਜਦੋਂ ਭਾਈ ਤਿਲਕਾ ਦੇ ਦਰਵਾਜ਼ੇ ਤੇ ਪਹੁੰਚਿਆ, ਭਾਈ ਤਿਲਕਾ ਨੂੰ ਪਤਾ ਲੱਗ ਗਿਆ ਵੀ ਇਹ ਧਰਮ ਦੇ ਨਾਮ ਤੇ ਪਖੰਡੀ ਮੇਰੇ ਦਰਵਾਜ਼ੇ ਤੇ ਆ ਗਿਆ। ਉਹਨਾਂ ਨੇ ਦਰਵਾਜ਼ਾ ਹੀ ਬੰਦ ਕਰਤਾ। ਜਦੋਂ ਭਾਈ ਤਿਲਕਾ ਨੇ ਦਰਵਾਜ਼ਾ ਬੰਦ ਕੀਤਾ, ਬੜੀ ਗਹਿਰੀ ਚੋਟ ਲੱਗ ਗਈ ਇਹਨੂੰ ਕਿ ਇਹ ਕਿਸ ਤਰ੍ਹਾਂ ਦਾ ਪ੍ਰਾਣੀ ਹੈ ਜਿਹਨੇ ਮੇਰਾ ਦਰਸ਼ਨ ਤਾਂ ਕੀ ਕਰਨਾ ਸੀ, ਦਰਵਾਜ਼ਾ ਵੀ ਬੰਦ ਕਰ ਲਿਆ। ਜੇ ਇਸ ਤਰ੍ਹਾਂ ਸਾਡੇ ਕਿਤੇ ਹੋਵੇ ਨਾ ਤੇ ਲੋਕ ਤਾਂ ਵੈਸੇ ਹੀ ਡਰਾਉਣ ਲੱਗ ਜਾਂਦੇ ਆ ਵੀ ਸ਼ਰਾਪ ਲੱਗ ਜਾਏਗਾ, ਤੈਨੂੰ ਇਸ ਬਾਬੇ ਨੇ ਸ਼ਰਾਪ ਦੇ ਦੇਣਾ, ਤੈਨੂੰ ਇਹਨੇ ਪਤਾ ਨਹੀਂ ਕੀ ਕਹਿ ਦੇਣਾ, ਪਤਾ ਨਹੀਂ ਕੀ ਕਰ ਦੇਣਾ, ਤੂੰ ਤੇ ਅਪਸ਼ਗਨ ਕਰ ਦਿੱਤਾ। ਸਾਨੂੰ ਡਰਾਇਆ ਬਹੁਤ ਜਾਂਦਾ ਹੈ। ਭਾਈ ਤਿਲਕਾ ਹੁਣ ਲੋਕ ਇਕੱਠੇ ਹੋ ਗਏ। ਉਹ ਕਹਿੰਦੇ ਭਾਈ ਤਿਲਕਾ ਤੇਰੇ ਤੂੰ ਭਾਗਾਂ ਵਾਲਾ ਹੈ, ਅਸੀਂ ਇਹਦੇ ਦਰਸ਼ਨ ਕਰਨ ਜਾਂਦੇ ਹਾਂ, ਇਹ ਤੈਨੂੰ ਦਰਸ਼ਨ ਦੇਣ ਦਰਵਾਜ਼ੇ ਤੇ ਆ ਗਿਆ। ਭਾਈ ਤਿਲਕਾ ਕਹਿੰਦਾ ਮੈਂ ਜਿਹਦੇ ਦਰਸ਼ਨ ਕਰਨੇ ਸੀ ਕਰ ਲਏ। ਮੈਂ ਤੇ ਸਵੇਰੇ ਉੱਠ ਕੇ ਜਿਹਦੇ ਦਰਸ਼ਨ ਕਰਨੇ ਹੁੰਦੇ ਆ, ਮੈਂ ਤੇ ਕਹਿੰਦਾ ਦਰਸ਼ਨ ਦੇਖ ਜਿਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮੈਂ ਤੇ ਰੋਜ਼ ਉੱਥੇ ਬੇਨਤੀ ਕਰਦਾ, ਮੈਨੂੰ ਇਹਦਾ ਦਰਸ਼ਨ ਨਹੀਂ ਚਾਹੀਦਾ। ਉਹ ਕਹਿੰਦੇ ਤੈਨੂੰ ਸੱਚਖੰਡ ਮਿਲੇਗਾ। ਉਹ ਕਹਿੰਦੇ ਮੈਨੂੰ ਇਹੋ ਜਿਹਾ ਸੱਚਖੰਡ ਨਹੀਂ ਚਾਹੀਦਾ। ਤੈਨੂੰ ਸਵਰਗ ਮਿਲੇਗਾ। ਉਹ ਕਹਿੰਦੇ ਮੈਨੂੰ ਸਵਰਗ ਵੀ ਨਹੀਂ ਚਾਹੀਦਾ। ਜਿਹੜੇ ਸਵਰਗ ਦੇ ਤੂੰ ਝੂਟੇ ਦਿਵਾਉਣੇ ਆ, ਉਹ ਤੇ ਭਗਤਾਂ ਨੇ ਕਦੋਂ ਦੇ ਰੱਦ ਕਰ ਦਿੱਤੇ ਨੇ। ਇਸ ਲਈ ਨਾ ਮੈਨੂੰ ਤੇਰੇ ਸਵਰਗ ਦੇ ਝੂਟੇ ਚਾਹੀਦੇ ਆ, ਨਾ ਤੇਰੇ ਸੱਚਖੰਡ ਦਾ ਦਰਸ਼ਨ ਚਾਹੀਦਾ ਹੈ। ਫਿਰ ਜਦੋਂ ਦੇਖਿਆ ਨਾ ਵੀ ਨਹੀਂ ਗੱਲ ਬਣਦੀ, ਤੇ ਫਿਰ ਉਹ ਕਹਿਣ ਲੱਗੇ ਚੱਲ ਭਲਿਆ ਪੁਰਸ਼ਾ, ਤੂੰ ਮੇਰਾ ਦਰਸ਼ਨ ਨਹੀਂ ਕਰਨਾ, ਆਪਣਾ ਹੀ ਕਰਵਾ ਦੇ। ਉਹ ਕਹਿਣ ਲੱਗਾ ਵੀ ਦਰਵਾਜ਼ਾ ਤਾਂ ਖੋਲ, ਚੱਲ ਮੇਰਾ ਦਰਸ਼ਨ ਨਹੀਂ ਕਰਨਾ, ਤੂੰ ਆਪਣਾ ਹੀ ਦਰਸ਼ਨ ਕਰਵਾ ਦੇ। ਤੇ ਭਾਈ ਤਿਲਕਾ ਕਹਿੰਦੇ ਮੇਰਾ ਦਰਸ਼ਨ ਕਰਕੇ ਕੀ ਕਰੇਗਾ, ਉਹਦਾ ਦਰਸ਼ਨ ਕਰ ਜਿਹਦੇ ਦਰਸ਼ਨ ਕੀਤਿਆਂ ਪਾਪ ਕੱਟੇ ਜਾਂਦੇ ਆ। ਉਹਦੇ ਦਰਸ਼ਨ ਕਰ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ। ਉਹ ਪਾਤਸ਼ਾਹਾਂ ਦੇ ਪਾਤਸ਼ਾਹ ਦੇ ਦਰਸ਼ਨ ਕਰ ਜਿਹਦੇ ਦਰਸ਼ਨ ਕੀਤਿਆਂ ਮਲ ਜਨਮ ਜਨਮ ਦੀ ਕੱਟੀ ਜਾਂਦੀ ਹੈ। ਕਹਿੰਦੇ ਬਸ ਅੰਦਰ ਦਾ ਜਿਹੜਾ ਹੰਕਾਰ ਸੀ ਢਹਿ ਗਿਆ। ਅਰਦਾਸ ਕੀਤੀ ਉਹਨੇ ਹੱਥ ਜੋੜ ਕੇ ਕਿ ਮੈਨੂੰ ਮਾਫ ਕਰੀ, ਮੈਂ ਲੋਕਾਂ ਨੂੰ ਗੁੰਮਰਾਹ ਕਰਦਾ ਸਾਂ ਕਿ ਸੱਚਖੰਡ ਵਾਸੀ ਬਣ ਜਾਓ, ਸਵਰਗ ਦੇ ਝੂਟੇ ਲੈ ਲਓ, ਆਹ ਕਰ ਲਓ। ਲੋਕ ਮੇਰੇ ਮਗਰ ਲੱਗ ਗਏ, ਪਰ ਤੂੰ ਧੰਨ ਹੈ ਜੋ ਮੇਰੇ ਮਗਰ ਨਹੀਂ ਲੱਗਾ। ਹੁਣ ਤੂੰ ਦਰਵਾਜ਼ਾ ਤੇ ਖੋਲ, ਇੱਕ ਵਾਰੀ ਮੈਂ ਤੇਰਾ ਦਰਸ਼ਨ ਕਰਨਾ। ਕਹਿਣ ਲੱਗੇ ਨਹੀਂ, ਦਰਸ਼ਨ ਕਰਨਾ ਤੇ ਸਤਿਗੁਰੂ ਦਾ ਕਰ। ਜਿਹੜੇ ਅਸਲ ਵਿੱਚ ਸੱਚਖੰਡ ਨਾਲ ਜੁੜੇ ਨੇ ਉਹ ਆਪਣੇ ਦਰਸ਼ਨ ਥੋੜੀ ਕਰਾਉਂਦੇ ਆ। ਭਾਈ ਬੁੱਧੂ ਜੀ ਨੂੰ ਜਦੋਂ ਆਏ ਸੀ ਮਹਾਰਾਜਾ ਰਣਜੀਤ ਸਿੰਘ ਮਿਲਣ ਲਈ, ਉਹ ਵੀ ਇਹੀ ਇਲਾਕਾ ਸੀ। ਤੇ ਜਦੋਂ ਆਖਿਆ ਬੁੱਧੂ ਸਾਹਿਬ ਨੂੰ ਮਿਲਣਾ, ਉਹ ਕਹਿੰਦੇ ਜੇ ਬੁੱਧੂ ਨੂੰ ਮਿਲਣਾ ਤੇ ਮੈਂ ਆ, ਜੇ ਸਾਹਿਬ ਨੂੰ ਮਿਲਣਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਮਿਲੋ। ਇਹ ਹੈ ਜਿਹੜੇ ਸੱਚ ਨਾਲ ਜੁੜੇ ਹੋਏ ਨੇ। ਉਹਨੇ ਆਖਿਆ ਚੱਲ ਮੈਂ ਤੇਰੇ ਸਤਿਗੁਰੂ ਦਾ ਦਰਸ਼ਨ ਕਰਨ ਨੂੰ ਤਿਆਰ ਹਾਂ। ਫਿਰ ਭਾਈ ਤਿਲਕਾ ਜੀ ਸਤਿਗੁਰੂ ਕੋਲ ਲੈ ਕੇ ਆਏ। ਉਸ ਧਰਮੀ ਨੂੰ ਅੰਦਰੋਂ ਧਰਮੀ ਬਣਨ ਦਾ ਗੁਣ ਬਖਸ਼ਿਆ। ਸਾਡੇ ਦਰਵਾਜ਼ੇ ਤੇ ਕੋਈ ਆ ਕੇ ਸਾਨੂੰ ਸਵਰਗ ਦੀਆਂ ਗੱਲਾਂ ਕਰੇ, ਅਸੀਂ ਤੇ ਘਰ ਅੰਦਰ ਬਿਠਾ ਲੈਂਦੇ ਹਾਂ। ਅਸੀਂ ਉਹਨੂੰ ਘਰ ਅੰਦਰ ਬਿਠਾ ਕੇ ਕਹਿੰਦੇ ਹਾਂ ਵੀ ਦੱਸੋ ਬਾਬਾ ਜੀ ਸੱਚਖੰਡ ਮਿਲੇਗਾ, ਸਵਰਗ ਮਿਲੇਗਾ। ਉਹ ਪਤਾ ਨਹੀਂ ਫਿਰ ਘਰ ਦਾ ਹੀ ਸਮਾਨ ਲੁੱਟ ਕੇ ਲੈ ਜਾਂਦਾ ਹੈ। ਉਹਨੇ ਦੂਜਾ ਸਵਰਗ ਤੇ ਕੀ ਦਿਖਾਣਾ ਸੀ, ਘਰ ਨੂੰ ਵੀ ਨਰਕ ਬਣਾ ਕੇ ਚਲਾ ਜਾਂਦਾ ਹੈ। ਆ ਜਿੰਨੇ ਵੀ ਤੁਸੀਂ ਅੱਜ ਸੰਸਾਰ ਵਿੱਚ ਵੇਖੋ ਜਿਹੜੇ ਤੁਹਾਨੂੰ ਸੱਚਖੰਡ ਦਿਖਾਉਂਦੇ ਸੀ, ਉਹ ਆਪ ਤੇ ਅੱਜ ਹੱਥ ਕੜੀਆਂ ਲਾ ਕੇ ਬੈਠੇ ਆ।
ਉਹਨਾਂ ਨੂੰ ਤੇ ਆਪ ਨਹੀਂ ਪਤਾ ਸੱਚਖੰਡ ਕਿੱਥੇ ਹੈ। ਉਹ ਤੇ ਆਪ ਨਰਕ ਭਰੀ ਜ਼ਿੰਦਗੀ ਜਿਉਂਦੇ ਆ, ਜਿਹੜੇ ਪਤਾ ਨਹੀਂ ਕਿੰਨਿਆਂ ਨੂੰ ਸੱਚਖੰਡ ਦਿਖਾਇਆ ਹੋਵੇਗਾ। ਗੁਰਬਾਣੀ ਇਹੀ ਕਾਰਨ ਹੈ ਕਿ ਸਾਨੂੰ ਗੁਰਬਾਣੀ ਕੜਵੀ ਲੱਗਦੀ ਹੈ, ਕਿਉਂਕਿ ਸੱਚ ਸੁਣਾਏ ਸੀ ਸੱਚ ਕੀ ਵੇਲਾ। ਗੁਰਬਾਣੀ ਸੱਚ ਸੁਣਾਉਂਦੀ ਹੈ। ਇਹ ਸਾਡੇ ਜੀਵਨ ਨੂੰ ਅੰਦਰੋਂ ਸਰਚ ਕਰਕੇ, ਇਹਨੂੰ ਸਕੈਨਿੰਗ ਕਰਕੇ ਦੱਸਦੀ ਹੈ ਕਿ ਆਹ ਹੈ ਤੇਰਾ ਜੀਵਨ। ਜਦੋਂ ਡਾਕਟਰ ਲਿਖ ਦਿੰਦਾ ਨਾ ਵੀ ਅੰਦਰੋਂ ਚੈੱਕਅਪ ਹੋਏਗਾ, ਕਰਵਾ ਕੇ ਆ, ਤੇ ਜਦੋਂ ਅੰਦਰ ਉਹ ਸਕੈਨਿੰਗ ਹੁੰਦੀ, ਐਕਸਰੇ ਹੁੰਦਾ ਹੈ, ਤੇ ਰਿਪੋਰਟ ਵੇਖ ਕੇ ਕੰਬ ਜਾਂਦੇ ਆ ਵੀ ਆਹ ਮੇਰਾ ਅੰਦਰ। ਤੇ ਜਦੋਂ ਗੁਰਬਾਣੀ ਸਕੈਨਿੰਗ ਕਰਕੇ ਦੱਸਦੀ ਹੈ ਵੀ ਆਹ ਹੈ ਤੂੰ ਧਰਮੀ, ਬਾਹਰੋਂ ਹੀ ਹੈ, ਅੰਦਰੋਂ ਨਹੀਂ ਹੈ। ਤੇਰੇ ਮੁਖ ਤੋਂ ਹੀ ਧਰਮ ਦੀਆਂ ਗੱਲਾਂ ਹੁੰਦੀਆਂ ਨੇ, ਅੰਦਰੋਂ ਨਹੀਂ ਹੁੰਦੀਆਂ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਤੂੰ ਮੁੱਖੋਂ ਹੀ ਗੰਢਾ ਲਾ ਰਿਹਾ ਹੈ, ਤੇ ਮੁੱਖੋਂ ਗੰਢਾ ਲਾਉਣ ਵਾਲਾ ਬੈਕੁੰਠ ਤੱਕ ਨਹੀਂ ਪਹੁੰਚਦਾ, ਬੇਗਮਪੁਰਾ ਸ਼ਹਿਰ ਤੱਕ ਨਹੀਂ ਪਹੁੰਚਦਾ। ਮੁੱਖੋਂ ਗੱਲਾਂ ਕਰਨ ਵਾਲਾ ਕਦੇ ਸੱਚਖੰਡ ਤੱਕ ਨਹੀਂ ਪਹੁੰਚਦਾ। ਫਿਰ ਅਸੀਂ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਜੀ ਤੁਸੀਂ ਦੱਸੋ ਸਾਨੂੰ ਸੱਚਖੰਡ ਕਿਵੇਂ ਉੱਥੇ ਤੱਕ ਪਹੁੰਚੀਏ। ਤਾਂ ਗੁਰੂ ਸਾਹਿਬ ਨੇ ਆ 5 ਖੰਡ ਤੁਸੀਂ ਸੁਣਦੇ ਆ ਰਹੇ ਹੋ ਨਾ ਲਗਾਤਾਰ। ਸਾਹਿਬ ਕਹਿੰਦੇ ਪਹਿਲਾਂ ਧਰਮ ਵਾਲਾ ਖੰਡ ਅਪਣਾ, ਪਹਿਲਾਂ ਉਹਦੇ ਧਰਮੀ ਰੱਬੀ ਅਸੂਲ ਆਪਣੇ ਜੀਵਨ ਵਿੱਚ ਲਿਆ। ਜਿੰਨਾ ਚਿਰ ਰੱਬੀ ਅਸੂਲ ਨਹੀਂ ਤੇ ਨਹੀਂ ਚੱਲੇਗਾ, ਉਨਾ ਚਿਰ ਗੱਲ ਨਹੀਂ ਬਣਨੀ। ਧਰਮ ਖੰਡ ਦਾ ਮਤਲਬ ਸੀ ਜਿਹੜੇ ਰੱਬ ਜੀ ਨੇ ਅਸੂਲ ਬਣਾਏ ਨੇ ਉਹਦੇ ਦਾਇਰੇ ਵਿੱਚ ਆ, ਆਪਣੇ ਆਪਣੇ ਅਸੂਲ ਬਣਾ ਕੇ ਨਾ ਚੱਲ। ਜਿਹੜੀ ਸਾਨੂੰ ਮਰਿਆਦਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਦੀ ਆ, ਉਸ ਆਧਾਰ ਤੇ ਚੱਲ, ਆਪਣੀ ਆਪਣੀ ਬਣਾ ਕੇ ਨਾ ਚੱਲ। ਜਦੋਂ ਤੂੰ ਰੱਬੀ ਅਸੂਲ ਕਿੱਥੋਂ ਸਮਝ ਆਉਣਗੇ? ਉਹ ਵੀ ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਸਮਝ ਆਉਣੇ ਨੇ। ਅਸੀਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਰਿਆਦਾ ਸਾਨੂੰ ਦੇ ਦਿੱਤੀ, ਨਹੀਂ, ਮਰਿਆਦਾ ਤੇ ਗੁਰੂ ਨਾਨਕ ਸਾਹਿਬ ਨੇ ਹੀ ਸਿਖਾਉਣੀ ਸ਼ੁਰੂ ਕਰ ਦਿੱਤੀ ਸੀ। ਮਰਿਆਦਾ ਤੇ ਕਬੀਰ ਸਾਹਿਬ ਨੇ ਹੀ ਸਿਖਾਉਣੀ ਸ਼ੁਰੂ ਕਰ ਦਿੱਤੀ ਸੀ। ਮਰਿਆਦਾ ਤੇ ਨਾਮਦੇਵ ਜੀ ਨੇ, ਰਵਿਦਾਸ ਜੀ ਨੇ ਸਮਝਾਉਣੀ ਸ਼ੁਰੂ ਕਰ ਦਿੱਤੀ ਸੀ। ਕਿਉਂ ਸਮਝਾਈ? ਕਿਉਂਕਿ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨੀ। ਅਸਲ ਵਿੱਚ ਉਹ ਸੱਚ ਨਾਲ ਜੁੜੇ ਹੋਏ ਨੇ। ਜਿਹੜੇ ਸੱਚ ਨਾਲ ਜੁੜੇ ਹੋਏ ਸੀ ਉਹਨਾਂ ਨੇ ਫਿਰ ਕਿਹਾ, ਉਹ ਕਹਿਣ ਲੱਗੇ ਤੁਸੀਂ ਜਿਸ ਦੁਨੀਆ ਵਿੱਚ ਨਫ਼ਰਤ ਪਾਲ ਕੇ ਬੈਠੇ ਹੋ ਨਾ, ਅਸੀਂ ਤੇ ਵੇਖ ਰਹੇ ਹਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਕੋਈ ਵੀ ਨਹੀਂ ਹੈ। ਇਸ ਲਈ ਉਹਨਾਂ ਨੇ ਮਰਿਆਦਾ ਤੇ ਉਹਨਾਂ ਨੇ ਹੀ ਸਿਖਾਉਣੀ ਸ਼ੁਰੂ ਕਰ ਦਿੱਤੀ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨਾਂ ਨੇ ਹੀ ਸਾਨੂੰ ਉਸ ਵੇਲੇ ਦੇ ਧਰਮੀ ਪੁਰਸ਼ਾਂ ਨੂੰ, ਕਬੀਰ ਸਾਹਿਬ ਨੇ ਕਿੰਨਾ ਸਮਝਾਇਆ ਧਰਮੀ ਪੁਰਸ਼ਾਂ ਨੂੰ ਕਿ ਤੁਸੀਂ ਐਵੇਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਅਜੇ ਧਰਮ ਵਾਲਾ ਖੰਡ ਤੇ ਤੁਸੀਂ ਉੱਥੇ ਤੱਕ ਤੇ ਪਹੁੰਚੇ ਨਹੀਂ। ਫਿਰ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਰਾਹੀਂ ਧਰਮ ਖੰਡ ਵਿੱਚ ਸਾਨੂੰ ਲਿਆਂਦਾ। ਜਦੋਂ ਧਰਮ ਖੰਡ ਵਿੱਚ ਧਰਮੀ ਅਸੂਲ ਅਪਣਾ ਲਏ, ਫਿਰ ਮਹਾਰਾਜ ਕਹਿੰਦੇ ਹੁਣ ਗਿਆਨ ਖੰਡ ਦੇ ਵਿੱਚ ਆ। ਫਿਰ ਗਿਆਨ ਖੰਡ ਵਿੱਚ ਆ ਕੇ ਕੀ ਹੋਇਆ? ਗਿਆਨ ਖੰਡ ਵਿੱਚ ਆ ਕੇ ਹਉਮੈ ਦਾ ਨਾਸ਼ ਹੋ ਗਿਆ। ਗਿਆਨ ਖੰਡ ਵਿੱਚ ਆ ਕੇ ਹੰਕਾਰ ਦਾ ਨਾਸ਼ ਹੋ ਗਿਆ। ਗਿਆਨ ਖੰਡ ਦੇ ਵਿੱਚ ਆ ਕੇ ਅਗਿਆਨਤਾ ਦਾ ਨਾਸ਼ ਹੋ ਗਿਆ, ਕਿਉਂਕਿ ਉੱਥੇ ਚਾਨਣ ਹੋ ਗਿਆ ਨਾ। ਜਿਹੜੇ ਸੱਚਖੰਡ ਦੇ ਵਿੱਚ ਵਸੇ ਨੇ ਉਹ ਤਾਂ ਕਹਿੰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੇਰੇ ਮੇਰੇ ਮੇਰੇ ਤੇਰੇ ਵਿੱਚ ਅੰਤਰ ਕੈਸਾ ਹੈ? ਕੋਈ ਅੰਤਰ ਨਹੀਂ ਹੈ। ਉਹਨਾਂ ਨੇ ਤੇ ਇਹ ਕਹਿ ਦਿੱਤਾ ਕਿ ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਕਿਉਂਕਿ ਉਹਨਾਂ ਨੇ ਗਿਆਨ ਖੰਡ ਵਿੱਚ ਆ ਕੇ ਗਿਆਨ ਖੰਡ ਨੂੰ ਅੱਗੇ ਪਾਰ ਕੀਤਾ ਹੈ। ਗਿਆਨ ਖੰਡ ਦਾ ਮਤਲਬ ਹੈ ਹਉਮੈ ਨੂੰ ਖਤਮ ਕਰਨਾ। ਧਰਮ ਖੰਡ ਦਾ ਅਰਥ ਹੈ ਅੰਦਰੋਂ ਧਰਮੀ ਅਸੂਲ ਅਪਣਾਉਣੇ, ਅੰਦਰੋਂ ਧਰਮੀ ਬਣਨਾ। ਫਿਰ ਹੰਕਾਰ ਨੂੰ ਮਿਟਾਉਣਾ। ਜਦੋਂ ਹੰਕਾਰ ਨੂੰ ਮਿਟਾ ਦਿੱਤਾ ਫਿਰ ਢਹਿ ਪਏ। ਫਿਰ ਢਹਿ ਕੇ ਅਰਦਾਸ ਕੀਤੀ ਕਿ ਮਹਾਰਾਜ ਜੀ ਉਹ ਉਦਮ ਕਰਨ ਨੂੰ ਤਿਆਰ ਹਾਂ, ਤੁਸੀਂ ਮੇਰੇ ਤੋਂ ਉਦਮ ਕਰਵਾਓ, ਤੁਸੀਂ ਮੈਨੂੰ ਮਿਹਨਤ ਕਰਨ ਦਾ ਬਲ ਬਖਸ਼ੋ ਤਾਂ ਕਿ ਮੈਂ ਮਿਹਨਤ ਅੰਦਰੋਂ ਕਰਾਂ। ਮੈਂ ਬਾਹਰੋਂ ਸਿਰਫ ਧਰਮ ਦਾ ਅਡੰਬਰ ਰਚ ਕੇ ਤੇ ਲੋਕਾਂ ਨੂੰ ਵੀ ਕਿਰਤ ਕਰਨ, ਮਿਹਨਤ ਕਰਨ ਤੋਂ ਹਟਾ ਕੇ ਉਹਨਾਂ ਨੂੰ ਵੀ ਮੈਂ ਵਿਹਲੜ ਨਾ ਬਣਾਵਾਂ, ਉਹਨਾਂ ਨੂੰ ਵੀ ਮਿਹਨਤੀ ਬਣਾਵਾਂ। ਮੈਨੂੰ ਤੁਸੀਂ ਸ਼ਰਮ ਖੰਡ ਵਿੱਚ ਲਿਆਓ। ਫਿਰ ਉਹਦੇ ਵਿੱਚ ਲਿਆਂਦਾ। ਫਿਰ ਜਿਹਨੇ ਜਿਹਨੇ ਮਿਹਨਤ ਕੀਤੀ ਫਿਰ ਇੱਕ ਦਿਨ ਕਰਮ ਖੰਡ,
ਬਖਸ਼ਿਸ਼ ਉਹਨਾਂ ਦੀ ਝੋਲੀ 'ਚ ਪੈ ਗਈ। ਫਲ ਤੱਕ ਇਹ ਜਿਹੜਾ ਸੱਚਖੰਡ ਤੇ ਜਿਹੜਾ ਹੁਣ ਤੁਸੀਂ ਕਰਮਖੰਡ ਸਰਵਣ ਕੀਤਾ, ਇਹ ਫਲ ਹੈ, ਜਾਂ ਕਹਿ ਲਓ ਕਿ ਕਰਮਖੰਡ ਖੰਡ ਜਿਹੜਾ ਫਲ ਹੈ, ਔਰ ਸੱਚਖੰਡ ਕੀ ਹੈ, ਉਹਦੇ ਵਿੱਚ ਪ੍ਰਵੇਸ਼ ਕਰਨਾ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਆਹ ਹੈ ਕਾਜ ਕਾਰਜ। ਤੇ ਇੱਕ ਦਿਨ ਕੰਮ ਤੇ ਕਾਰਜ ਵਿੱਚ ਵੀ ਅੰਤਰ ਆਪ ਜੀ ਨਾਲ ਸਾਂਝ ਪਾਈ ਸੀ। ਕੰਮ ਬਾਹਰ ਦੇ ਹੁੰਦੇ ਨੇ, ਕਾਰਜ ਅੰਦਰ ਦਾ ਹੁੰਦਾ ਹੈ। ਤਾਂ ਹੀ ਸ਼ਬਦ ਆਨੰਦ ਕਾਰਜ ਵਰਤਿਆ ਸੀ, ਕਿ ਉਹ ਕਾਰਜ ਹੈ ਜਿੱਥੇ ਆਨੰਦ ਬਣਨਾ ਹੈ, ਆਤਮਾ ਤੇ ਪਰਮਾਤਮਾ ਦਾ ਸੁਮੇਲ ਬਣਨਾ ਹੈ। ਸੱਚਖੰਡ ਕੀ ਹੈ? ਆਤਮਾ ਤੇ ਪਰਮਾਤਮਾ ਦਾ ਸੁਮੇਲ ਹੈ। ਹੁਣ ਇੱਥੇ ਦੁਨਿਆਵੀ ਵਿਚਾਰਾਂ ਨਹੀਂ, ਦੁਨਿਆਵੀ ਖਿਆਲ ਨਹੀਂ, ਵੰਡੀਆਂ ਨਹੀਂ, ਜਾਤਾਂ ਪਾਤਾਂ ਨਹੀਂ, ਗਰੀਬ ਅਮੀਰ ਨਹੀਂ। ਹੁਣ ਇੱਥੇ ਕੋਈ ਬਾਹਰ ਦੀ ਗੱਲ ਨਹੀਂ ਹੈ, ਇੱਥੇ ਸਿਰਫ ਨਿਰੰਕਾਰ ਦੀ ਗੱਲ ਹੈ। ਇਸ ਲਈ ਇਹ ਉਹ ਅਵਸਥਾ ਹੈ ਜਦੋਂ ਅਸੀਂ ਕਰਮ ਬਖਸ਼ਿਸ਼ ਉਹਦੀ ਪ੍ਰਾਪਤ ਕਰ ਲਈ ਨਾ। ਕਿ ਹੁਣ ਅੱਜ ਜੋ ਗੁਰੂ ਨਾਨਕ ਸਾਹਿਬ ਕਿਰਪਾ ਕਰ ਰਹੇ ਨੇ, ਸਾਹਿਬ ਕਹਿੰਦੇ ਜਿਹਨੇ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਜਾਂ ਬਖਸ਼ਿਸ਼ ਵਾਲੇ ਭਾਗ ਵਿੱਚ ਜਿਹੜਾ ਆ ਗਿਆ, ਉਹਦੀ ਜ਼ਿੰਦਗੀ 'ਚ ਆ ਗਿਆ ਆਨੰਦ ਭਇਆ। ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਮੈਂ ਸਤਿਗੁਰੂ ਰਾਹੀਂ ਆਨੰਦ ਪਾ ਲਿਆ। ਆਨੰਦ ਕਿੱਥੇ ਪਾਇਆ? ਜਿੱਥੇ ਉਹ ਨਿਰੰਕਾਰ ਵਸਦਾ ਹੈ, ਤੇ ਜਿੱਥੇ ਨਿਰੰਕਾਰ ਵਸਦਾ ਹੈ ਉਹੀ ਸੱਚਖੰਡ ਹੈ। ਜਿਵੇਂ ਅੰਮ੍ਰਿਤ ਬਾਣੀ ਵਿੱਚ ਹੋਰ ਵੀ ਆਪਾਂ ਬਰੀਕੀ ਵਿੱਚ ਜਾਈਏ ਤੇ ਮਹਾਰਾਜ ਜੀ ਕਹਿੰਦੇ ਨੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਆ ਸੰਗਤ ਜਿੱਥੇ ਬੈਠੇ ਹੋਏ ਆ, ਜੇ ਇੱਥੇ ਹੀ ਆਪਾਂ ਮਨਾਂ 'ਚ ਇੱਕ ਦੂਜੇ ਦੇ ਵਿਤਕਰੇ ਮਿਟਾ ਲਈਏ ਤੇ ਆ ਵੀ ਸੱਚਖੰਡ ਹੈ। ਕਿਉਂਕਿ ਸ਼ੁਰੂਆਤ ਇੱਥੋਂ ਹੀ ਕੀਤੀ ਆਪ ਜੀ ਦੇ ਨਾਲ। ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਸੱਚਖੰਡ ਹੈ। ਸਾਨੂੰ ਦੁਨੀਆ ਸੱਚਖੰਡ ਨਹੀਂ ਸਮਝ ਵਿੱਚ ਆ ਰਹੀ, ਸਾਡਾ ਹਿਰਦਾ ਸੱਚਖੰਡ ਸਾਨੂੰ ਨਹੀਂ ਸਮਝ ਆ ਰਿਹਾ, ਸਾਡਾ ਘਰ ਮੰਦਰ ਬਣ ਸਕਦਾ ਨਹੀਂ ਸਮਝ ਆ ਰਿਹਾ। ਉਹਦੇ ਲਈ ਸਾਨੂੰ ਸਮਾਂ ਕੱਢ ਕੇ ਗੁਰਦੁਆਰੇ ਆਉਣਾ ਪੈਣਾ ਹੈ। ਗੁਰਦੁਆਰੇ ਆ ਕੇ ਫਿਰ ਆਹ ਸੰਗਤ ਵਿੱਚ ਬੈਠਣਾ ਪੈਣਾ ਹੈ, ਕਿਉਂਕਿ ਸੰਗਤ ਵਿੱਚ ਗੱਲ ਸਤ ਦੀ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀਐ। ਜਦੋਂ ਅਸੀਂ ਇੱਥੇ ਬੈਠਾਂਗੇ, ਸ਼ੁਰੂਆਤ ਵਿੱਚ ਕੀ ਹੋਏਗਾ? ਦੁਨਿਆਵੀ ਖਿਆਲ ਆਉਣਗੇ, ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਆਉਣਗੀਆਂ, ਮਨ ਨਹੀਂ ਲੱਗੇਗਾ, ਧਿਆਨ ਨਹੀਂ ਟਿਕੇਗਾ। ਫਿਰ ਅਸੀਂ ਕੀ ਕਰਨਾ ਹੈ? ਅਸੀਂ ਸ਼ਰਮ ਖੰਡ ਦੇ ਵਿੱਚ ਆ ਕੇ ਉਦਮ ਕਰ ਕਰਕੇ ਅਸੀਂ ਆਉਂਦੇ ਰਹਿਣਾ। ਇੱਕ ਦਿਨ ਫਿਰ ਕਰਮ ਖੰਡ ਬਖਸ਼ਿਸ਼ ਸਾਡੀ ਝੋਲੀ ਵਿੱਚ ਪਏਗੀ। ਸਾਡੇ ਦਿਮਾਗ ਵਿੱਚ ਕੋਈ ਮਾਇਆਵੀ ਫੁਰਨੇ, ਪਦਾਰਥਵਾਦੀ ਫੁਰਨੇ ਨਹੀਂ ਆਉਣਗੇ। ਕੋਈ ਦੁਨਿਆਵੀ ਵਿਚਾਰ ਖਿਆਲ ਸਾਡੇ ਮਨ ਵਿੱਚ ਨਹੀਂ ਆਏਗੀ। ਉੱਥੇ ਕੇਵਲ ਤੇ ਕੇਵਲ ਗੱਲ ਸੱਚ ਦੀ ਹੋਏਗੀ। ਤੇ ਜਿੱਥੇ ਆ ਕੇ ਫਿਰ ਇਹ ਅਵਸਥਾ ਬਣਨੀ ਹੈ, ਮਹਾਰਾਜ ਕਹਿੰਦੇ ਸੱਚ ਖੰਡ ਵਸੈ ਨਿਰੰਕਾਰ। ਜਿੱਥੇ ਸੱਚ ਵਸਦਾ ਉੱਥੇ ਨਿਰੰਕਾਰ ਵਸਦਾ ਹੈ। ਜਿੱਥੇ ਸੱਚ ਵਸੇਗਾ ਉੱਥੇ ਨਿਰੰਕਾਰ ਵਸਦਾ ਹੈ। ਤੇ ਜਿੱਥੇ ਨਿਰੰਕਾਰ ਵਸਦਾ ਹੈ ਉੱਥੇ ਕੋਈ ਚਿੰਤਾ ਨਹੀਂ ਹੈ। ਜਿਹੜੇ ਇੱਥੇ ਤੱਕ ਪਹੁੰਚ ਗਏ ਉਹ ਤਾਂ ਬੜੇ ਮਾਣ ਨਾਲ ਕਹਿੰਦੇ ਆ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਟੋਟ ਨ ਆਵਈ ਖਾਈ ਖਰਚ ਰਹੰਦਾ, 184 ਮੇਦਨੀ ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ। ਉੱਥੇ ਜਾ ਕੇ ਫਿਰ ਆਹ ਅਵਸਥਾ ਬਣਦੀ ਹੈ। ਨਾ ਅਸੀਂ ਮੰਦਾ ਕਿਸੇ ਦਾ ਮੰਗਦੇ ਹਾਂ, ਕਿਉਂਕਿ ਉੱਥੇ ਜਾ ਕੇ ਫਿਰ ਸਰਬੱਤ ਦੇ ਭਲੇ ਦੀ ਗੱਲ ਹੋ ਜਾਂਦੀ ਹੈ। ਉੱਥੇ ਫਿਰ ਇੱਕ ਦੀ ਗੱਲ ਨਹੀਂ ਰਹਿ ਜਾਂਦੀ। ਹਜੇ ਧਰਮ ਦਾ ਪਹਿਰਾਵਾ ਪਾ ਕੇ ਅਸੀਂ ਚੱਲ ਜ਼ਰੂਰ ਰਹੇ ਹਾਂ, ਪਰ ਸੱਚਖੰਡ ਤੋਂ ਬਹੁਤ ਦੂਰ ਹਾਂ। ਅੰਦਰ ਦੀ ਖੇਡ ਹਜੇ ਸਾਡੀ ਬੜੀ ਜਿਹੜੀ ਆ ਉਹ ਉਲਝੀ ਪਈ ਹੈ, ਜਿਹਨੂੰ ਅਸੀਂ ਸੁਲਝਾਣਾ। ਇਸੇ ਲਈ ਨਿੱਤ ਦਾ ਨੇਮ ਰੋਜ਼ ਅਸੀਂ ਕਰਨਾ, ਤਾਂ ਕਿ ਰੋਜ਼ ਅੰਦਰੋਂ ਗੰਢਾਂ ਖੁੱਲਦੀਆਂ ਜਾਣ। ਤਾਂ ਗੁਰੂ ਸਾਹਿਬ ਕਹਿੰਦੇ ਅੱਜ ਆਪਾਂ ਇੱਥੇ ਪਹੁੰਚੇ ਹਾਂ, ਜਦੋਂ ਤੁਸੀਂ ਕਰਮਖੰਡ ਵਿੱਚ ਬਖਸ਼ਿਸ਼ ਪ੍ਰਾਪਤ ਕਰ ਲਈ, ਜਿੱਥੇ ਇੱਕ ਮਿਕ ਹੋਇਆ ਜਾਂਦਾ ਹੈ, ਜਿੱਥੇ ਕੋਈ ਦੁਨੀਆ ਦੇ ਮਤ ਭੇਦ ਨਹੀਂ ਰਹਿ ਜਾਂਦੇ, ਕੋਈ ਫਰਕ ਨਹੀਂ ਰਹਿ ਜਾਂਦਾ, ਕੋਈ ਵਿਕਾਰ ਨਹੀਂ ਰਹਿ ਜਾਂਦਾ। ਜਿਹਦੀ ਸੁੰਦਰ, ਕਿਉਂਕਿ ਇੱਥੇ ਘਾੜਤ ਘੜ ਕੇ ਆਏ ਆ ਨਾ, ਇੱਥੇ ਘੜਦੇ ਅਸੀਂ ਆਏ ਆ ਆਪਣੀ ਸੁਰਤ ਮਤ ਮਨ ਬੁੱਧ ਨੂੰ। ਇੱਥੇ ਆ ਕੇ ਇੰਨਾ ਸੁੰਦਰ ਮਾਹੌਲ ਬਣ ਗਿਆ
कि इत्थे हुण कुछ भी जिहड़ा बयान नहीं किया जा सकता। कबीर साहब कहंदे ने, कहो कबीर गूंगे गुड़ खाया, पूछे ते क्या कही है। कबीर साहब कहंदे गूंगे ने गुड़ खा लिया, पूछे ते क्या कही है। उन्होंने पुछोगे ते वो की कहेगा, वो नहीं दस सकता, क्योंकि स्वाद बड़ा आया पर उहदे कोल दसन लई शब्द नहीं। जिन्हें चाखी सोई जाने गूंगे की मठियाई, एक वो अवस्था है। इसलिए साहब कहंदे सच खंड दे विच ਉਹ खंड ਉਹ भाग ਜਿਹੜਾ ਸਾਡੇ ਹਿਰਦੇ ਦੇ ਵਿੱਚ ਜਿੱਥੇ ਦਿਲ ਧੜਕਦਾ ਪਿਆ, ਅਸੀਂ ਹੁਣ ਦਿਮਾਗ ਵਿੱਚੋਂ ਨਿਕਲ ਚੁੱਕੇ ਹਾਂ। ਕਿਉਂਕਿ ਜਿੰਨੀਆਂ ਵੀ ਦਿਮਾਗ ਵਿੱਚ ਗੱਲਾਂ ਨੇ ਦੁਨਿਆਵੀ, ਮਾਇਆਵੀ, ਵਿਕਾਰ ਦੀਆਂ, ਇਹ ਸਭ ਦਿਮਾਗ ਵਿੱਚ ਭਰੀਆਂ ਸੀ। ਜਿੰਨੀ ਵੀ ਤ੍ਰੈ ਗੁਣੀ ਮਾਇਆ, ਵਿਕਾਰਾਂ ਦੀ, ਪਦਾਰਥਾਂ ਦੀ, ਈਰਖਾ, ਨਫ਼ਰਤ, ਇਹ ਸਭ ਕੁਝ ਦਿਮਾਗ ਵਿੱਚ ਭਰਿਆ ਸੀ। ਹੁਣ ਉਹ ਦਿਮਾਗ, ਅਸੀਂ ਦਿਮਾਗ ਵਾਲਾ ਹਿੱਸਾ ਛੱਡ ਕੇ ਹੁਣ ਦਿਲ ਤੱਕ ਆ ਗਏ ਹਾਂ, ਤੇ ਜਿੱਥੇ ਆਏ ਆ ਉਹ ਭਾਗ ਕਿੱਥੇ, ਉਹਦੇ ਵਿੱਚ ਸੱਚ ਹੈ, ਉੱਥੇ ਨਿਰੰਕਾਰ ਵਸਦਾ ਹੈ। ਹੁਣ ਸਾਡੀ ਜਿਹੜੀ ਅਟੈਚਮੈਂਟ ਹੈ ਉਹ ਦਿਮਾਗ ਨਾਲ ਨਹੀਂ, ਹੁਣ ਦਿਲ ਨਾਲ ਹੈ। ਹੁਣ ਇੱਥੇ ਆਤਮਿਕ ਤਲ ਤੇ ਅਸੀਂ ਜਿਹੜਾ ਉਹ ਸਫ਼ਰ ਤੈਅ ਕਰ ਚੁੱਕੇ ਹਾਂ। ਹੁਣ ਮਨ ਨੇ ਆਪਣਾ ਕੰਮ ਕਰ ਦਿੱਤਾ, ਮਨ ਨੇ ਜਿਹੜਾ ਕੰਮ ਕਰਨਾ ਸੀ ਉਹ ਕਰ ਦਿੱਤਾ। ਹੁਣ ਇੱਥੇ ਗੱਲ ਆਤਮਿਕ ਤਲ ਦੀ ਹੋ ਗਈ ਹੈ। ਇਸ ਲਈ ਮਨ ਦਾ ਕੰਮ ਕੀ ਸੀ? ਮਨ ਦਾ ਕੰਮ ਸੀ ਧਰਮ ਖੰਡ ਵਿੱਚ ਆਉਣਾ, ਮਨ ਦਾ ਕੰਮ ਸੀ ਗਿਆਨ ਖੰਡ ਵਿੱਚ ਆਉਣਾ, ਮਨ ਦਾ ਕੰਮ ਸੀ ਸ਼ਰਮ ਖੰਡ ਦੇ ਵਿੱਚ ਆਉਣਾ। ਅੱਗੋਂ ਜਿਹੜਾ ਕੰਮ ਸੀ ਉਹ ਆਤਮਾ ਦਾ ਸੀ, ਕਿਉਂਕਿ ਬਖਸ਼ਿਸ਼ ਉੱਥੇ ਚਾਹੀਦੀ ਹੈ। ਉੱਥੇ ਬਖਸ਼ਿਸ਼ ਜਿਹੜੀ ਆ ਉਹ ਮਿਲ ਗਈ। ਉਹ ਬਖਸ਼ਿਸ਼ ਮਿਲ ਗਈ ਜਿੱਥੇ ਗੁਰੂ ਸਾਹਿਬ ਨੇ, ਆਪਾਂ ਸਾਰੇ ਪੜ੍ਹ ਕੇ ਵਿਚਾਰ ਕੇ ਆਏ ਆ। ਸਾਹਿਬ ਜੀ ਨੇ ਕਿਹਾ ਸੀ, ਤੂੰ ਇੱਕ ਕੰਮ ਕਰੀ ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ, ਵਿਚਾਰ ਕਰਮੀ ਆਵੇ, ਕਪੜਾ ਨਦਰੀ ਮੋਖ ਦੁਆਰ। ਕਹਿੰਦੇ ਉਹ ਕਰਮ ਦੀ ਦਾ ਅਰਥ ਕੀ ਸੀ? ਕਰਮ ਖੰਡ। ਉੱਥੇ ਜਿਹੜਾ ਕਰਮੀ ਆਵੇ ਕੱਪੜਾ ਸੀ, ਇੱਥੇ ਕਰਮ ਖੰਡ ਬਣ ਗਿਆ। ਫਿਰ ਉੱਥੇ ਕੀ ਹੋਇਆ? ਮੋਖ ਦੁਆਰ, ਉਹ ਮੋਕਸ਼ ਦਾ ਦਰਵਾਜ਼ਾ ਖੁੱਲ ਗਿਆ। ਜਦੋਂ ਖੁੱਲਿਆ ਤੇ ਪਤਾ ਲੱਗਾ ਸੱਚਖੰਡ ਵਸੈ ਨਿਰੰਕਾਰ। ਉਹ ਕਿੱਥੇ ਸੀ? ਆ ਦਿਲ ਵਿੱਚ। ਉਹ ਦਿਲ ਦੇ ਵਿੱਚ ਸੀ। ਇਹ ਵੀ ਆਪ ਜੀ ਜਿੰਨੇ ਬਜ਼ੁਰਗ ਬੈਠੇ ਆ, ਉਹ ਆਪ ਜੀ ਨੂੰ ਪਤਾ ਹੈ ਕਿ ਪੁਰਾਣੇ ਸਾਡੇ ਵੱਡੇ ਬਜ਼ੁਰਗ ਕਹਿੰਦੇ ਸੀ ਕਦੇ ਕਿਸੇ ਦਾ ਦਿਲ ਨਾ ਦੁਖਾਇਆ ਕਰੋ। ਉਹ ਅੱਜ ਪਤਾ ਲੱਗਦਾ ਕਿਉਂ ਨਾ ਦਿਖਾਇਆ ਕਰੋ, ਕਿਉਂਕਿ ਦਿਲ ਵਿੱਚ ਰੱਬ ਵਸਦਾ ਹੈ। ਤੁਸੀਂ ਦਿਲ ਦੁਖਾ ਰਹੇ ਹੋ ਲੋਕਾਂ ਦੇ, ਤੁਸੀਂ ਲੋਕਾਂ ਦੇ ਦਿਲ ਦੁਖੀ ਕਰ ਰਹੇ ਹੋ, ਤੇ ਫਿਰ ਤੁਸੀਂ ਰੱਬ ਦੀਆਂ ਖੁਸ਼ੀਆਂ ਕਿਵੇਂ ਪਾਲੋਗੇ? ਅਸੀਂ ਕਿਸੇ ਦਾ ਦਿਲ ਦੁਖਾ ਕੇ ਤੇ ਅਸੀਂ ਕਹੀਏ ਰੱਬ ਜੀ ਸਾਨੂੰ ਖੁਸ਼ੀਆਂ ਦਿਓ, ਰੱਬ ਜੀ ਕਿਵੇਂ ਦੇਣਗੇ? ਕੋਈ ਵੀ ਬੰਦਾ ਹੈ, ਤੁਸੀਂ ਉਹਨੂੰ ਦੁੱਖ ਦਿਓਗੇ, ਉਹਦੇ ਕੋਲੋਂ ਸੁੱਖ ਦੀ ਆਸ ਰੱਖ ਸਕਦੇ ਹੋ? ਨਹੀਂ ਰੱਖ ਸਕਦੇ। ਉਹਨੇ ਕਹਿਣਾ ਤੂੰ ਮੈਨੂੰ ਦੁੱਖ ਦੇਈ ਜਾਂਦਾ ਤੇ ਮੇਰੇ ਤੋਂ ਸੁੱਖ ਦੀ ਆਸ ਰੱਖਦਾ। ਅਸੀਂ ਦਿਲ ਲੋਕ ਦਿਖਾਈ ਜਾਂਦੇ, ਆਪਣਿਆਂ ਦੇ ਦਿਖਾਈ ਜਾਂਦੇ ਆ, ਬਾਹਰ ਦਿਆਂ ਦੇ ਛੱਡੋ। ਕਿੰਨਿਆਂ ਦੇ ਦਿਲ ਅਸੀਂ ਦੁਖਾ ਰਹੇ ਹਾਂ, ਕਿੰਨਿਆਂ ਦੇ। ਜਿੰਨੇ ਸਾਡੇ ਰਿਸ਼ਤੇ ਨੇ ਅੱਜ ਤਾਰ-ਤਾਰ ਹੋਏ ਪਏ ਨੇ। ਘਰ ਤੋਂ ਹੀ ਆਪਾਂ ਸ਼ੁਰੂਆਤ ਕਰ ਲਈਏ ਤੇ ਘਰ ਵਿੱਚ ਬੈਠਾ ਬਜ਼ੁਰਗ ਅਸੀਂ ਕਿੰਨਾ ਉਹਦਾ ਦਿਲ ਦਿਖਾ ਰਹੇ ਹਾਂ, ਜਿਹੜਾ ਅਸਮਰੱਥ ਹੈ, ਜਿਹਦੇ ਕੋਲ ਸਮਰੱਥਾ ਨਹੀਂ ਰਹੀ ਆਪਣੀ ਕਿਰਿਆ ਕਰਨ ਦੀ। ਅਸੀਂ ਕਿੰਨੇ ਬੋਲ ਕੇ ਉਹਦਾ ਦਿਲ ਦਿਖਾ ਰਹੇ ਹਾਂ। ਰੱਬ ਤਾਂ ਇੱਥੇ ਬੈਠਾ ਸੀ, ਅਸੀਂ ਕਿਹੜੇ ਰੱਬ ਨੂੰ ਪਾ ਰਹੇ ਹਾਂ? ਕਿੰਨੇ ਹੀ ਰੂਪ ਨੇ, ਜਿੰਨੇ ਸਾਡੇ ਰਿਸ਼ਤੇ ਨੇ ਅੱਜ ਮਾਇਆਵੀ ਪਦਾਰਥਾਂ ਦੀ ਖੇਡ ਦੇ ਵਿੱਚ ਅਸੀਂ ਉਹਨੂੰ ਤਾਰ-ਤਾਰ ਕਰਕੇ ਕਿੰਨਿਆਂ ਦੇ ਦਿਲ ਰੋਜ਼ ਦਿਖਾ ਰਹੇ ਹਾਂ, ਕਿੰਨਿਆਂ ਦੇ। ਔਰ ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ ਕਿਸੇ ਦਾ ਦਿਲ ਦਿਖਾਉਣਾ ਸਭ ਤੋਂ ਵੱਡਾ ਪਾਪ ਹੈ। ਕਿ ਕਿਸੇ ਦੁੱਖ ਦੇ ਹੋਏ, ਜਿਹਦਾ ਦਿਲ ਅੰਦਰੋਂ ਦੁਖਿਆ ਹੋਵੇ, ਅੰਦਰੋਂ ਉਹਨੂੰ ਕਿਤੇ ਤੁਸੀਂ ਆਰਾਮ ਸੁੱਖ ਦੇ ਦਿਓ, ਤੇ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ। ਅਸੀਂ ਤੁਰ ਰਹੇ ਹਾਂ ਕਿਹੜੇ ਰਾਹ, ਪਾਉਣਾ ਅਸੀਂ ਕਿਹਨੂੰ ਚਾਹੁੰਦੇ ਹਾਂ? ਸਾਹਿਬ ਨੇ ਕਿਹਾ ਸੀ ਇਹ ਰਾਹ ਤੇਰਾ ਇਸ ਤਰ੍ਹਾਂ ਦਾ ਹੋਵੇ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਸੀਂ ਪ੍ਰੇਮ ਦੀ ਜਗ੍ਹਾ ਤੇ ਦਿਲ ਦੁਖਾ ਰਹੇ ਹਾਂ ਲੋਕਾਂ ਦੇ। ਕਿੰਨਿਆਂ ਦੇ ਸਾਡੇ ਕਰਕੇ ਦਿਲ ਦੁਖਦੇ ਨੇ। ਇਸ ਲਈ ਖੈਰ ਵਿਚਾਰਾਂ ਬਹੁਤ ਬਰੀਕੀਆਂ ਮੰਗਦੀਆਂ ਨੇ। ਸਾਹਿਬ ਕਹਿੰਦੇ ਜਿਸ ਹੁਣ ਜਿਹੜੀ ਸੁਰਤ ਉੱਥੇ ਪਹੁੰਚ ਗਈ ਆਤਮਿਕ ਤਲ ਤੇ ਜਿਹਨੇ ਉਸ ਖੰਡ ਵਿੱਚ ਪਹੁੰਚ ਕੇ ਸੱਚ ਦੇ ਨਾਲ ਜੁੜ ਕੇ ਨਿਰੰਕਾਰ ਦਾ ਜਿੱਥੇ ਵਸੇਵਾ ਸੀ ਉੱਥੇ ਤੱਕ ਜਿਹੜਾ ਪਹੁੰਚ ਗਿਆ। ਕਰ
ਕਰ ਵੇਖੈ ਨਦਰ ਨਿਹਾਲ। ਜਿਹੜਾ ਪਹੁੰਚਿਆ ਇਹ ਉਹਨਾਂ ਦੀ ਗੱਲ ਹੈ, ਅਸੀਂ ਹਜੇ ਪਹੁੰਚੇ ਨਹੀਂ ਆ, ਅਸੀਂ ਹਜੇ ਮੇਰੇ ਵਰਗਾ ਗੱਲ ਕਰ ਰਿਹਾ, ਤੁਸੀਂ ਸੁਣ ਰਹੇ ਹੋ, ਪਰ ਜਿਹੜਾ ਪਹੁੰਚਿਆ ਉਹਨੂੰ ਪਤਾ ਹੈ। ਜਿਹੜਾ ਉੱਥੇ ਪਹੁੰਚਿਆ ਇਹ ਉਹਦੇ ਵਾਸਤੇ ਅੱਗੋਂ ਇਹ ਜਿਹੜਾ ਉਹਦੇ ਸਾਹਮਣੇ ਪ੍ਰਕਾਸ਼ ਹੋਇਆ, ਇਹ ਗੱਲਾਂ ਉਹਦੇ ਅੱਗੇ ਖੁੱਲੀ, ਉਹ ਸਚਿਆਰ ਹੋਇਆ। ਅਸੀਂ ਤੁਰੇ ਸੀ ਨਾ, ਕੀ ਲੈ ਕੇ ਤੁਰੇ ਸੀ? ਕਿਮ ਸਚਿਆਰਾ ਹੋਈ ਹੈ ਕਿਮ ਕੂੜੈ ਟੁੱਟੇ। ਇੱਥੇ ਆ ਕੇ ਟੁੱਟ ਗਈ ਦੀਵਾਰ, ਇੱਥੇ ਆ ਕੇ ਉਹ ਦੀਵਾਰ ਅੰਦਰ ਦੀ ਜਿਹੜੀ ਸੀ ਨਾ ਉਹ ਟੁੱਟ ਗਈ। ਹੁਣ ਇੱਥੇ ਸੱਚ ਨਾਲ ਮੇਲ ਹੋ ਗਿਆ। ਹੁਣ ਇੱਥੇ ਆ ਕੇ ਇਹ ਅਵਸਥਾ ਬਣ ਗਈ ਹੈ ਕਿ ਮਾਲਕ ਜੀ ਹੁਣ ਮੇਰੇ ਅੰਦਰ ਮੈਂ ਹੰਕਾਰ ਰਿਹਾ ਹੀ ਨਹੀਂ ਕੋਈ। ਹੁਣ ਤੇ ਬਸ ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੋ। ਇਹ ਉਹ ਸਟੇਜ ਹੈ ਜਿੱਥੇ ਕਬੀਰ ਸਾਹਿਬ ਕਹਿੰਦੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ। ਇਹ ਉਹ ਸਟੇਜ ਹੈ ਜਿੱਥੇ ਅਸੀਂ ਪਹੁੰਚਣਾ ਹੈ। ਇੱਥੇ ਆ ਕੇ ਫਿਰ ਪਤਾ ਲੱਗਾ ਕਰ ਕਰ ਵੇਖੈ। ਉਹ ਸਾਰਿਆਂ ਨੂੰ ਰਚ ਰਚ ਕੇ ਵੇਖ ਰਿਹਾ ਹੈ ਔਰ ਵੇਖ ਨਹੀਂ ਰਿਹਾ, ਨਦਰ ਨਿਹਾਲ। ਉਹ ਸਾਰਿਆਂ ਤੇ ਆਪਣੀ ਨਜ਼ਰ ਵੀ ਕਰ ਰਿਹਾ। ਨਜ਼ਰ, ਉਸੀ ਨਜ਼ਰ ਵਿੱਚ ਕੀ ਹੈ? ਦਇਆ ਹੈ, ਕਿਰਪਾ ਹੈ। ਜਿਹੜੀ ਕਿਰਪਾ ਤੇ ਦਇਆ ਵਿੱਚ ਉਹ ਨਿਹਾਲ ਕਰ ਰਿਹਾ ਹੈ। ਨਜ਼ਰ ਦੇ ਰਾਰੇ ਨੂੰ ਸਿਹਾਰੀ ਲੱਗ ਗਈ। ਨਜ਼ਰ ਦੇ ਵਿੱਚ, ਉਹਦੀ ਨਜ਼ਰ ਦੇ ਵਿੱਚ ਆਓਗੇ ਤਾਂ ਤੁਸੀਂ ਨਿਹਾਲ ਹੋ ਜਾਓਗੇ। ਅੱਗੇ ਜਾ ਕੇ ਫਿਰ ਆਪਾਂ ਉੱਥੇ ਹੀ ਆਉਣਾ ਹੈ, ਜਿਨ ਕੋ ਨਜ਼ਰ ਕਰਮ ਤਿਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ। ਤੇ ਪਹਿਲਾਂ ਇੱਥੋਂ ਸਮਝ ਕੇ ਚੱਲਾਂਗੇ ਤਾਂ ਉੱਥੇ ਪਹੁੰਚਾਂਗੇ। ਕਹਿੰਦੇ ਨੇ ਜਿਹਨੇ ਅੰਦਰ ਉਸ ਖੰਡ ਦਾ ਅਰਥ ਹੈ ਭਾਗ, ਹਿੱਸਾ, ਉਸ ਹਿੱਸੇ ਵਿੱਚ ਪਹੁੰਚ ਗਿਆ, ਸੱਚ ਦੀ ਬਾਣੀ ਦਾ ਆਸਰਾ ਲੈ ਕੇ ਦਿਮਾਗ ਤੋਂ ਦਿਲ ਤੱਕ ਪਹੁੰਚਿਆ। ਅੰਦਰ ਜਦੋਂ ਨਿਰੰਕਾਰ ਵਸਿਆ ਦਿਸਿਆ, ਫਿਰ ਪਤਾ ਲੱਗਾ ਉਹ ਤੇ ਕਰ ਕਰ ਵੇਖੈ। ਉੱਥੇ ਸਾਰਿਆਂ ਦੀ ਸ੍ਰਿਸ਼ਟੀ ਵਿੱਚ ਰਚਨਾ ਕਰਕੇ ਵੇਖ ਰਿਹਾ, ਤੇ ਜਿਹਦੇ ਉੱਤੇ ਉਹਦੀ ਨਜ਼ਰ ਹੁੰਦੀ ਹੈ ਰਹਿਮਤ ਭਰੀ, ਉਹ ਨਿਹਾਲ ਹੋ ਜਾਂਦਾ ਹੈ। ਉਹ ਸਦਾ ਲਈ ਉਹਦਾ ਹਾਲ ਜਿਹੜਾ ਬੁਰਾ ਹੋਇਆ ਸੀ ਨਾ, ਉਹ ਫਿਰ ਬੇਹਾਲ ਨਹੀਂ ਰਹਿੰਦਾ, ਉਹ ਸਦਾ ਲਈ ਨਿਹਾਲ ਹੋ ਜਾਂਦਾ ਹੈ। ਤਿੱਥੈ ਖੰਡ ਮੰਡਲ ਵਰ ਭੰਡ। ਤਿੱਥੈ ਦਾ ਅਰਥ ਕੀ ਕਰਾਂਗੇ? ਉੱਥੇ ਪਹੁੰਚ ਕੇ, ਉਸ ਸਟੇਜ ਤੇ ਪਹੁੰਚ ਕੇ, ਉਸ ਅਵਸਥਾ ਦੇ ਵਿੱਚ ਪਹੁੰਚ ਗਏ। ਹੁਣ ਇੱਥੇ 3 ਗੁਣ ਨਹੀਂ ਰਹਿ ਗਏ, ਰਜਗੁਣ, ਤਮਗੁਣ, ਸਤਗੁਣ ਨਹੀਂ ਰਹਿ ਗਏ। ਹੁਣ ਇੱਥੇ ਆ ਗਈ ਤੁਰੀਆ ਅਵਸਥਾ, ਇੱਥੇ ਆ ਗਈ ਸਹਿਜ ਅਵਸਥਾ, ਇੱਥੇ ਆ ਗਿਆ ਚੌਥਾ ਗੁਣ, ਚੌਥੀ ਸਟੇਜ ਆ ਗਈ ਇੱਥੇ। ਕਹਿੰਦੇ ਹੁਣ ਚੌਥੀ ਅਵਸਥਾ 'ਚ ਜਾ ਕੇ ਪਤਾ ਲੱਗਾ ਖੰਡ ਮੰਡਲ ਵਰ ਭੰਡ। ਤੇ ਜਦੋਂ ਚੱਲੇ ਸੀ ਉਦੋਂ ਕੀ ਕਿਹਾ ਸੀ? ਕਹਿੰਦੇ ਜੋ ਬ੍ਰਹਮੰਡੈ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਜਿਹਨੇ ਖੋਜਿਆ ਉਹਨੇ ਪਾ ਲਿਆ, ਤੇ ਜਿਹਨੇ ਪਾਇਆ ਉਹਨੂੰ ਪਤਾ ਲੱਗਾ। ਉੱਥੇ ਪਹੁੰਚ ਗਏ ਤੇ ਇੱਥੇ ਤੇ ਪਤਾ ਹੀ ਨਹੀਂ ਕਿੰਨੇ ਖੰਡ ਨੇ, ਕਿੰਨੇ ਮੰਡਲ ਨੇ, ਕਿੰਨੇ ਵਰ ਭੰਡ ਨੇ। ਆ ਬ੍ਰਹਮੰਡ ਪਤਾ ਹੀ ਨਹੀਂ ਕਿੰਨੇ ਨੇ। ਇਹ ਤੇ ਉੱਥੇ ਜਾ ਕੇ ਫਿਰ ਪਤਾ ਲੱਗਦਾ ਹੈ। ਜੇ ਕੋ ਕਥੈ ਤਾ ਅੰਤ ਨਾ ਅੰਤ। ਹੁਣ ਜੇ ਇੱਥੇ ਤੱਕ ਪਹੁੰਚ ਕੇ ਕੋਈ ਕਥਨ ਵੀ ਕਰਨ ਲੱਗ ਜਾਏ ਨਾ, ਦੱਸਣ ਵੀ ਲੱਗ ਜਾਏ ਉੱਥੋਂ ਦੀਆਂ ਖੇਡਾਂ, ਤੇ ਅੰਤ ਨਹੀਂ ਕੋਈ ਪਾ ਸਕਦਾ, ਕਿਉਂਕਿ ਉੱਥੇ ਅੰਤ ਹੈ ਹੀ ਨਹੀਂ। ਉਹਦਾ ਕੋਈ ਅੰਤ ਵਾਲਾ ਸਿਰਾ ਹੀ ਕੋਈ ਨਹੀਂ ਹੈ। ਉਰਾਰ ਤੇ ਹੈ ਪਰ ਪਾਰ ਪਰਲਾ ਕਿਨਾਰਾ ਹੀ ਕੋਈ ਨਹੀਂ ਹੈ ਉਹਦਾ। ਕਹਿੰਦੇ ਨੇ ਜੇ ਕੋਈ ਕਥਨ ਵੀ ਕਰਨ ਲੱਗ ਜਾਏ ਨਾ, ਉਸ ਅਵਸਥਾ ਨੂੰ ਜਿੱਥੇ ਸੱਚਖੰਡ ਵਸੈ ਨਿਰੰਕਾਰ, ਜਿੱਥੇ ਜਾ ਕੇ ਪਤਾ ਲੱਗਦਾ ਵੀ ਕਰ ਕਰ ਵੇਖੈ ਨਜ਼ਰ ਨਿਹਾਲ, ਜਿੱਥੇ ਪਤਾ ਲੱਗਦਾ ਤਿੱਥੇ ਖੰਡ ਮੰਡਲ ਵਰ ਭੰਡ। ਜੇ ਕੋਈ ਇਹਨੂੰ ਬਿਆਨ ਵੀ ਕਰਨ ਲੱਗ ਜਾਏ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਉੱਥੇ ਉਹਦਾ ਅੰਤ ਹੀ ਕੋਈ ਨਹੀਂ ਹੈ। ਤੇ ਇਹ ਸਾਰੀਆਂ ਗੱਲਾਂ ਆਪਾਂ ਇੱਥੇ ਤੱਕ ਪੜ੍ਹ ਕੇ ਵਿਚਾਰ ਕੇ ਸਮਝ ਕੇ ਆਏ ਆ। ਤੇ ਸਾਨੂੰ ਕਿੰਨੇ ਮਿੰਟ ਲੱਗਦੇ ਜਪਜੀ ਸਾਹਿਬ ਦਾ ਪਾਠ ਕਰਨ ਲੱਗਿਆ? ਅਸੀਂ ਤੇ ਬਸ ਦੌੜ ਲਾਈ ਹੈ ਵੀ ਮਗਰ ਬਸ ਰਹਿ ਨਾ ਜਾਈਏ, ਕਿਸੇ ਤੋਂ ਪਿੱਛੇ ਨਾ ਰਹਿ ਜਾਈਏ, 5-7 ਮਿੰਟਾਂ ਵਿੱਚ ਨਿਬੇੜ ਦਈਏ। ਤੇ ਜੇ ਨਿਬੇੜਦੇ ਰਹਾਂਗੇ ਤੇ ਜ਼ਿੰਦਗੀ ਨਿਬੜ ਜਾਣੀ ਹੈ, ਇੱਥੇ ਤੱਕ ਨਹੀਂ ਪਹੁੰਚਾਂਗੇ। ਇੱਥੇ ਤੱਕ ਪਹੁੰਚਣ ਲਈ ਇੱਕ ਇੱਕ ਪੌੜੀ ਨੂੰ ਸਮਝ ਕੇ ਚੱਲੋ। ਕਹਿੰਦੇ ਨਾ ਪੌੜੀ ਤੇ ਪੈਰ ਰੱਖਣਾ ਤੇ ਸੰਭਲ ਕੇ ਰੱਖਿਓ, ਕਿਤੇ ਫਿਸਲ ਨਾ ਜਾਇਓ, ਤਿਲਕ ਨਾ ਜਾਇਓ। ਜੇ ਕਿਤੇ ਫਿਸਲ ਤਿਲਕ ਗਏ ਤੇ ਫਿਰ ਕੀ ਹੋਣਾ? ਫਿਰ ਸੱਟ ਲੱਗੇਗੀ, ਫਿਰ ਔਖੇ ਹੋਵੋਗੇ। ਅਸੀਂ ਜਦੋਂ ਲੰਘਦੇ ਹਾਂ ਕਾਲੀ ਨਾਲ ਤੇ ਹੰਕਾਰ ਦੀ ਸੱਟ ਲੱਗਦੀ ਹੈ। ਹਉਮੈ ਵਿੱਚ ਤਿਲਕ ਜਾਂਦੇ ਹਾਂ ਅਸੀਂ, ਹੰਕਾਰ ਅੰਦਰ ਭਰ ਜਾਂਦਾ ਹੈ। ਮੈਂ ਤੇ ਅੱਜ ਇੰਨਾ ਪਾਠ ਕਰ ਲਿਆ, ਮੈਂ ਹੀ ਕੀਤਾ ਨਾ। ਫਿਰ
ਮੈਂ ਹੀ ਕੀਤਾ। ਜਿਹਨੇ ਸੱਚਖੰਡ ਪਹੁੰਚਿਆ ਉਹ ਤੇ ਮੈਂ ਕਹਿੰਦਾ ਹੀ ਕੋਈ ਨਹੀਂ, ਉੱਥੇ ਕਹਿੰਦਾ ਤੂੰ ਹੀ ਹੈ, ਤੂੰ ਹੀ ਹੈ। ਉੱਥੇ ਜਾ ਕੇ ਤੇ ਹੁੰਦਾ ਤੇਰਾ ਕੀਤਾ ਜਾਤੋ ਨਹੀਂ, ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ। ਆ ਹੈ ਉਹ ਅਵਸਥਾ ਜਿੱਥੇ ਮੈਂ ਨਹੀਂ ਰਹਿ ਜਾਂਦੀ। ਅਸੀਂ ਧਰਮੀ ਹੋ ਕੇ ਵੀ ਮੈਂ ਕਰਕੇ ਲੜ ਰਹੇ ਹਾਂ, ਅਸੀਂ ਧਰਮ ਦਾ ਪਹਿਰਾਵਾ ਪਾ ਕੇ ਵੀ ਇੱਕ ਦੂਜੇ ਨਾਲ ਝਗੜ ਰਹੇ ਹਾਂ। ਕਿਉਂ? ਕਿਉਂਕਿ ਹਜੇ ਮੈਂ ਤੂੰ ਵਿੱਚ ਫਸੇ ਹੋਏ ਹਾਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇ ਕੋਈ ਕਥਨ ਵੀ ਕਰੇਗਾ ਉਹਦਾ ਅੰਤ ਨਹੀਂ ਹੈ, ਉਹਦੀਆਂ ਬਖਸ਼ਿਸ਼ਾਂ ਦਾ ਅੰਤ ਛੱਡੋ, ਉਹਦਾ ਅੰਤ ਨਹੀਂ ਹੈ। ਇਹ ਵੀ ਆਪਾਂ ਪੜ੍ਹ ਕੇ ਆਏ ਹਾਂ। ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਇਆ ਜਾਏ। ਉਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਇਸ ਲਈ ਸਾਹਿਬ ਕਹਿੰਦੇ ਜੇ ਕੋ ਕਥਾ ਹੈ, ਉੱਥੋਂ ਦੀ ਵਿਚਾਰ ਨੂੰ ਕੋਈ ਕਥਨ ਕਰਨ ਲੱਗੇਗਾ ਵੀ, ਪਰ ਅੰਤ ਨਾ ਅੰਤ, ਉਹਦਾ ਅੰਤ ਹੀ ਕੋਈ ਅੰਤ ਨਹੀਂ ਹੈ। ਤਿਥੈ ਲੋ ਆਕਾਰ, ਕਹਿੰਦੇ ਨੇ ਉੱਥੇ ਪਤਾ ਹੀ ਨਹੀਂ ਕਿੰਨੇ ਲੋ ਦਾ ਅਰਥ ਹੈ ਲੋਕ, ਕਿੰਨੇ ਲੋਕ ਦੇ ਆਕਾਰ ਉੱਥੇ ਨਜ਼ਰ ਆਉਂਦੇ ਨੇ, ਕਿੰਨੇ ਉੱਥੇ ਆਕਾਰ। ਕਿਉਂਕਿ ਜਿਹਦੇ ਨਾਲ ਜੁੜਿਆ ਉਹ ਤੇ ਨਿਰੰਕਾਰ ਹੈ, ਉਹ ਤੇ ਆਕਾਰ ਤੋਂ ਰਹਿਤ ਹੈ। ਪਰ ਉਹਨੇ ਇੰਨਾ ਚਾਨਣ ਅੰਦਰ ਕਰ ਦਿੱਤਾ, ਦਿਮਾਗ ਇੰਨਾ ਰੋਸ਼ਨ ਕਰ ਦਿੱਤਾ ਅੰਦਰ, ਕਿ ਹੁਣ ਉੱਥੇ ਪਤਾ ਲੱਗਦਾ ਜਿੰਨੇ ਵੀ ਇਹ ਆਕਾਰ ਨੇ ਇਹ ਸਾਰੇ ਉਹਦੇ ਹੀ ਬਣਾਏ ਹੋਏ ਨੇ। ਔਰ ਕਿੰਨੇ ਨੇ ਉਹਦਾ ਕੋਈ ਹਿਸਾਬ ਹੀ ਨਹੀਂ, ਉਹਦੀ ਕੋਈ ਗਿਣਤੀ ਨਹੀਂ ਹੈ। ਹੁਣ ਸਾਡੀ ਸਾਂਝ ਅਣਗਿਣਤ ਵਾਲੇ ਨਾਲ ਬਣ ਗਈ। ਜਿੰਨਾ ਚਿਰ ਗਿਣਤੀਆਂ ਵਾਲੇ ਨਾਲ ਸਾਂਝ ਸੀ, ਗਿਣਤੀਆਂ ਵਿੱਚ ਹੀ ਫਸੇ ਹੋਏ। ਹੁਣ ਜਿਹਦੇ ਨਾਲ ਜੁੜੇ ਆ ਉਹ ਤੇ ਅਣਗਿਣਤ ਹੈ, ਉੱਥੇ ਗਿਣਤੀ ਜਿਹੜੀ ਹੁੰਦੀ ਕੋਈ ਨਹੀਂ। ਇਸ ਲਈ ਸਾਹਿਬ ਕਹਿੰਦੇ ਨੇ ਕਿ ਉੱਥੇ ਤਿੱਥੈ ਦਾ ਅਰਥ ਹੈ ਉਹ ਸਟੇਜ, ਉਹ ਅਵਸਥਾ ਜਿੱਥੇ ਅਸੀਂ ਪਹੁੰਚਣਾ ਹੈ। ਉੱਥੇ ਪਤਾ ਲੱਗਦਾ ਵੀ ਪਤਾ ਹੀ ਨਹੀਂ ਕਿੰਨੇ ਲੋ ਆਕਾਰ ਨੇ, ਆਕਾਰ ਕਿੰਨੇ ਨੇ, ਉਹਨਾਂ ਦੇ ਅੱਗੋਂ ਲੋਕ ਜਿਹੜੇ ਲੁਕਾਈ ਕਿੰਨੀ ਹੈ। ਪਤਾ ਹੀ ਨਹੀਂ ਹੈ ਕਿ ਖੰਡ ਮੰਡਲ ਬ੍ਰਹਿਮੰਡ ਕਿੰਨੇ ਨੇ, ਉਹਨਾਂ ਦੇ ਆਕਾਰ ਅੱਗੋਂ ਕਿੰਨੇ ਨੇ, ਅੱਗੋਂ ਜੀਵ ਕਿੰਨੇ ਨੇ, ਉਹਨਾਂ ਦੀਆਂ ਸ਼੍ਰੇਣੀਆਂ ਕਿੰਨੀਆਂ ਨੇ। ਉੱਥੇ ਜਾ ਕੇ ਪਤਾ ਲੱਗਦਾ ਵੀ ਅੰਤ ਹੀ ਕੋਈ ਨਹੀਂ ਹੈ। ਜਿਵ ਜਿਵ ਹੁਕਮ ਤਿਵੈ ਤਿਵਕਾਰ। ਇੱਥੇ ਆ ਕੇ ਦੋ ਗੱਲਾਂ ਸਮਝ ਆਉਂਦੀਆਂ ਨੇ, ਇੱਕ ਆਪਣੇ ਵਾਸਤੇ ਤੇ ਇੱਕ ਸੰਸਾਰ ਵਾਸਤੇ। ਇੱਥੇ ਦੋ ਗੱਲਾਂ ਸਮਝ ਆਉਂਦੀਆਂ ਨੇ ਵੀ ਜਿਵ ਜਿਵ ਹੁਕਮ, ਜਿਵੇਂ ਜਿਵੇਂ ਉਹਦਾ ਹੁਕਮ ਹੋਵੇਗਾ, ਤਿਵੇਂ ਤਿਵਕਾਰ, ਮੈਂ ਤੇ ਬਸ ਉਸੇ ਕੰਮ ਵਿੱਚ ਲੱਗਣਾ ਜਿਵੇਂ ਉਹਦਾ ਹੁਕਮ ਹੋਵੇਗਾ। ਕਿਉਂਕਿ ਮੈਂ ਹੁਣ ਉਹਦੇ ਨਾਲ ਜੁੜ ਗਈ। ਜਿਹਨੂੰ ਕਬੀਰ ਸਾਹਿਬ ਵੀ ਤਾਂ ਇਸ ਅਵਸਥਾ 'ਚ ਹੀ ਪਹੁੰਚੇ ਨੇ। ਕਬੀਰ ਕੂਕਰ ਰਾਮ ਕੋ ਮੁੱਦੀਆਂ ਮੇਰੋ ਨਾਉ, ਗਲੇ ਹਮਾਰਾ ਜੇਵਰੀ ਜੈ ਖਿੰਚੈ ਤੈ ਜਾਓ। ਵੀ ਜਿੱਧਰ ਹੁਣ ਉਹਦਾ ਹੁਕਮ ਹੋਏਗਾ ਮੈਂ ਉਸੇ ਪਾਸੇ ਨੂੰ ਹੀ ਤੁਰਨਾ। ਹੁਣ ਮੈਂ ਆਪਣੀ ਮਰਜ਼ੀ ਨਾਲ ਜਾਂ ਕਿਸੇ ਦੇ ਹੁਕਮ ਨੂੰ ਮੰਨ ਕੇ ਨਹੀਂ ਤੁਰਨਾ। ਹੁਣ ਤੇ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉ ਹੋਵਣਾ, ਜੈ ਜੈ ਰੱਖੇ ਆਪ ਤੈ ਜਾਹੇ ਖੜੋਵਣਾ। ਇਹ ਇਸ ਅਵਸਥਾ 'ਚ ਆ ਕੇ ਇਹ ਖੇਡ ਬਣਨੀ ਹੈ। ਅਜੇ ਤੇ ਸਾਨੂੰ ਆਹ ਗੁਰੂ ਸਾਹਿਬ ਦਾ ਹੀ ਹੁਕਮ ਨਹੀਂ ਪਸੰਦ ਆ ਰਿਹਾ, ਤੇ ਉਹਦੇ ਹੁਕਮ ਨੂੰ ਅਸੀਂ ਕਿਵੇਂ ਮੰਨਾਂਗੇ? ਕਈ ਵਾਰ ਅਸੀਂ ਗੁਰੂ ਸਾਹਿਬ ਦੇ ਹੁਕਮ ਨੂੰ ਵੀ ਅਸੀਂ, ਕਿਉਂਕਿ ਮੇਰੇ ਵਰਗੇ ਦੀ ਵੀ ਹਾਲਤ, ਕਿਸੇ ਦੀ ਗੱਲ ਨਾ ਕਰਾਂ, ਮੈਂ ਆਪਣੀ ਹੀ ਗੱਲ ਕਰਦਿਆਂ ਕਵਾਂ ਕਿ ਅਜੇ ਤੇ ਮੈਨੂੰ ਹੀ ਹੁਕਮ ਗੁਰੂ ਸਾਹਿਬ ਦਾ ਨਾ ਪੜ੍ਹਨਾ ਆਇਆ ਤੇ ਨਾ ਸੁਣਾਉਣਾ ਆਇਆ। ਕਿਉਂ? ਜਿਹਦੇ ਘਰ ਦੇ ਵਿੱਚ ਖੁਸ਼ੀ ਸੀ, ਕਿਸੇ ਦੇ ਘਰ ਵਿਆਹ ਸੀ, ਤੇ ਮੈਂ ਸੋਚਿਆ ਵੀ ਇੱਥੇ ਹੁਕਮ ਕੋਈ ਦੂਜਾ ਨਹੀਂ ਆਉਣਾ ਚਾਹੀਦਾ। ਮੈਂ ਪਹਿਲਾਂ ਹੀ ਉਹ ਅੰਗ ਜਿਹੜੇ ਸੀ ਉਹ ਪੱਤਰੇ ਵਰਤਾ ਕੇ ਅੰਗ ਉਹ ਪਹਿਲਾਂ ਹੀ ਰੱਖ ਲਏ, ਤਾਂ ਕਿ ਉਹ ਜਦੋਂ ਸੁਣਨ ਹੁਕਮ ਤੇ ਉਹ ਕਹਿਣ ਭਾਈ ਸਾਹਿਬ ਜੀ ਵਾਹ, ਅੱਜ ਹੁਕਮ ਬੜਾ ਵਧੀਆ ਆਇਆ। ਪਰ ਇਹ ਤੇ ਪਤਾ ਹੀ ਨਹੀਂ ਭਾਈ ਸਾਹਿਬ ਨੇ ਆਪਣਾ ਹੀ ਕੱਢਿਆ ਹੋਇਆ ਸੀ। ਆਪਣੀ ਗੱਲ ਕਰ ਰਹੇ ਹਾਂ, ਕਿਸੇ ਦੀ ਨਹੀਂ। ਜੇ ਕਿਸੇ ਦੇ ਘਰ ਦੇ ਵਿੱਚ ਮੌਤ ਸੀ ਤੇ ਉੱਥੇ ਹੁਕਮ ਲੈਣਾ ਸੀ, ਤੇ ਉੱਥੇ ਵੀ ਮੈਂ ਆਪਣਾ ਹੁਕਮ ਆਪਣੇ ਵੱਲੋਂ ਪਹਿਲਾਂ ਹੀ ਕੱਢ ਕੇ ਰੱਖਿਆ, ਤਾਂ ਕਿ ਘਰ ਵਾਲੇ ਖੁਸ਼ ਹੋ ਜਾਣ ਕਿ ਅੱਜ ਗੁਰੂ ਸਾਹਿਬ ਨੇ ਹੁਕਮ ਬਹੁਤ ਸੋਹਣਾ ਸੁਣਾਇਆ। ਪਰ ਜੇ ਕਿਤੇ ਖੁਸ਼ੀਆਂ ਵਾਲੇ ਦੇ ਘਰ ਦੇ ਵਿੱਚ ਹੁਕਮ ਉਦਾਂ ਦਾ ਆ ਜਾਏ, ਫਿਰ ਗਰਦਨ ਫਿਰ ਭਾਈ ਸਾਹਿਬ ਦੀ। ਤੇ ਤੁਹਾਨੂੰ ਪਤਾ ਨਹੀਂ ਸਾਡੇ ਘਰ ਅੱਜ ਖੁਸ਼ੀਆਂ ਸੀ, ਤੁਸੀਂ ਹੁਕਮ ਕਿਹੜਾ ਲੈ ਲਿਆ? ਪਰ ਉਹਨਾਂ ਨੂੰ ਪੁੱਛੋ ਵੀ ਭਾਈ ਸਾਹਿਬ ਨੇ ਥੋੜ੍ਹੀ ਲਿਆ, ਗੁਰੂ ਹੁਕਮ ਤੇ ਗੁਰੂ ਨੇ ਦਿੱਤਾ ਹੈ। ਹਜੇ ਤੇ ਸਾਨੂੰ ਇਹ ਹੁਕਮ ਨਾਲ ਹੀ ਨਹੀਂ ਚੱਲਣਾ ਆ ਰਿਹਾ, ਅਸੀਂ ਅਕਾਲ ਪੁਰਖ ਦੇ ਹੁਕਮ ਵਿੱਚ ਕਿਵੇਂ ਚੱਲਾਂਗੇ? ਚੱਲੇ ਸੀ ਨਾ ਭਾਈ ਲਛਮਣ ਸਿੰਘ ਧਾਰੋਵਾਲ, ਹੁਕਮ ਸੀ ਉਹ ਗੁਰੂ ਦਾ, ਤੇ ਜੋ ਗੁਰੂ ਦਾ ਹੁਕਮ ਸੀ ਉਹ ਵਰਤਿਆ ਵੀ ਸੀ, ਉਹ ਕੋਈ ਸ਼ੱਕ ਨਹੀਂ।
ਜੇ ਗੁਰੂਆਂ ਨੇ ਆਖਿਆ ਵੀ ਜਿੱਧਰ ਚੱਲਿਆ ਧਿਆਨ ਰੱਖੀ, ਤਨ ਮਨ ਕਾਟ, ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਤੇ ਭਾਈ ਲਛਮਣ ਸਿੰਘ ਨੇ ਕਿਹਾ ਸੀ ਇਹ ਗੁਰੂ ਦਾ ਹੁਕਮ ਹੈ, ਤੇ ਗੁਰੂ ਦਾ ਹੁਕਮ ਕਦੇ ਝੂਠਾ ਨਹੀਂ ਪੈ ਸਕਦਾ, ਔਰ ਪਿਆ ਵੀ ਨਹੀਂ। ਜੋ ਅੱਜ ਅਸੀਂ ਨਨਕਾਣਾ ਸਾਹਿਬ ਦੇ ਸਾਕੇ ਦੇ ਸੰਬੰਧ ਵਿੱਚ ਸ਼ਤਾਬਦੀ ਦੇ ਰੂਪ ਵਿੱਚ ਮਨਾ ਰਹੇ ਹਾਂ, ਇਸ ਅਸਥਾਨ ਤੇ ਵੀ 14 ਤਰੀਕ ਸ਼ਾਮ ਨੂੰ ਜਿਹੜਾ ਸਮਾਗਮ ਵਿਸ਼ੇਸ਼ ਹੋ ਰਿਹਾ, ਉਹਦੇ ਵਿੱਚ ਆਪ ਜੀ ਨੇ ਹਾਜ਼ਰੀਆਂ ਭਰ ਕੇ ਉਹਨਾਂ ਸ਼ਹੀਦਾਂ ਦੇ ਨਾਲ ਜੁੜਨਾ, ਉਹਨਾਂ ਨੂੰ ਆਪਾਂ ਸਿਜਦਾ ਕਰਨਾ ਹੈ। ਸਤਿਗੁਰੂ ਮਿਹਰ ਕਰਨ, ਗੱਲ ਚੱਲੀ ਸੀ ਹੁਕਮ ਦੀ। ਕਹਿਣ ਲੱਗੇ ਇਹ ਉਹ ਅਵਸਥਾ ਜਿੱਥੇ ਜਿਵ ਜਿਵ ਹੁਕਮ ਤਿਵੈ ਤਿਵ, ਜਿਵੇਂ ਤੇਰਾ ਹੁਕਮ ਹੋਏਗਾ ਤਿਵੇਂ ਉਹ ਕੰਮ ਸਿਸਟਮ ਚੱਲੇਗਾ। ਜਿਹੜਾ ਤੇਰੇ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਉਹ ਫੇਲ ਹੋ ਜਾਏਗਾ। ਜਿਹੜਾ ਤੇਰੇ ਹੁਕਮ ਤੋਂ ਬਾਹਰ ਹੋਣ ਦੀ ਕੋਸ਼ਿਸ਼ ਕਰੇਗਾ, ਆਪਣ ਭਾਣੈ ਜੋ ਚੱਲੈ ਭਾਈ ਵਿਛੜ ਚੋਟਾਂ, ਜਿਹੜਾ ਆਪਣ ਭਾਣੇ ਚੱਲੇਗਾ ਫਿਰ ਠੋਕਰਾਂ ਖਾਏਗਾ, ਜਿਹੜਾ ਤੇਰੇ ਹੁਕਮ ਵਿੱਚ ਚੱਲੇਗਾ ਉਹ ਫਿਰ ਸੁਖੀ ਰਹੇਗਾ। ਉਹ ਤੇਰੇ ਹੁਕਮ ਦੇ ਵਿੱਚ ਚੱਲਣ ਵਾਲਾ ਸੁਖੀ, ਤੇਰੇ ਹੁਕਮ ਤੋਂ ਬਾਹਰ ਹੋ ਕੇ ਦੁਖੀ। ਉਹਦੇ ਬਣਾਏ ਹੋਏ ਸਿਸਟਮ ਨੂੰ ਵਿਗਾੜਾਂਗੇ, ਆਪ ਹੀ ਦੁਖੀ ਹੋਵਾਂਗੇ। ਅਸੀਂ ਉਹਦੇ ਬਣਾਏ ਹੋਏ ਸਿਸਟਮ ਦੇ ਦਾਇਰੇ ਵਿੱਚ ਰਹਿ ਕੇ ਚੱਲਣ ਦੀ ਕੋਸ਼ਿਸ਼ ਕਰੀਏ। ਪਰ ਸੱਚਖੰਡ ਜਿਹਨੇ ਪਹੁੰਚ ਕੇ ਆਪਣੀ ਸੁਰਤ ਨੂੰ ਉੱਥੇ ਆਤਮਕ ਮੰਡਲ ਵਿੱਚ ਪਹੁੰਚ ਕੇ ਸਮਝਿਆ, ਉਹ ਵੇਖ ਕੇ ਕਹਿੰਦਾ ਜਿਵ ਜਿਵ ਹੁਕਮ ਤਿਵੈ ਤਿਵਕਾਰ। ਜਿਵੇਂ ਤੁਹਾਡਾ ਅਕਾਲ ਪੁਰਖ ਜੀ ਹੁਕਮ ਹੁੰਦਾ ਤਿਵੇਂ ਹੀ ਇਹ ਸੰਸਾਰ ਜਿਹੜਾ ਉਹ ਚੱਲਦਾ ਹੈ। ਵੇਖੈ ਵਿਗਸੈ ਕਰ ਵਿਚਾਰ, ਕਿਉਂਕਿ ਉੱਥੇ ਹਿਰਦੇ ਵਿੱਚ ਬੈਠਾ ਅਕਾਲ ਪੁਰਖ, ਕਣ ਕਣ ਦੇ ਵਿੱਚ ਬੈਠਾ ਹੋਇਆ ਵਾਹਿਗੁਰੂ ਵੇਖੈ, ਵੇਖ ਰਿਹਾ ਹੈ ਕਿ ਆ ਜਿਹੜੀ ਮੈਂ ਲੁਕਾਈ ਆ ਦੁਨੀਆ, ਆ ਸ੍ਰਿਸ਼ਟੀ ਰਚੀ ਹੈ, ਇਹ ਜਿਹੜੀ ਦੇਖ ਰਿਹਾ ਤੇ ਵਿਗਸੈ ਪ੍ਰਸੰਨ ਵੀ ਹੋ ਰਿਹਾ। ਉਹ ਪ੍ਰਸੰਨ ਖਿੜ ਵੀ ਰਿਹਾ। ਕਰ ਵਿਚਾਰ, ਵਿਚਾਰ ਕਰਕੇ ਜਾਂ ਜਿਹੜਾ ਸੱਚਖੰਡ ਤੱਕ ਪਹੁੰਚਿਆ ਹੈ ਉਹ ਵੇਖ ਵੀ ਰਿਹਾ ਹੈ, ਵਿਗਸ ਵਿਗਾਸ ਵਿੱਚ ਵੀ ਆ ਰਿਹਾ। ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਭਗਤਾਂ ਦੇ ਵਿੱਚ ਸਦਾ ਵਿਗਾਸ ਹੈ। ਹੁਣ ਭਗਤਾਂ ਵਿੱਚ ਸਦਾ ਵਿਗਾਸ ਕਿਉਂ ਹੈ? ਕਿਉਂਕਿ ਉਹ ਆਪ ਜੀ ਪੜ੍ਹ ਕੇ ਆਏ ਹੋ, ਤਿੱਥੈ ਭਗਤ ਵਸਹਿ ਕੇ ਲੋ। ਉੱਥੇ ਭਗਤ ਹੀ ਵਸਦੇ ਨੇ, ਉੱਥੇ ਸੰਸਾਰੀ ਨਹੀਂ ਵਸ ਸਕਦਾ। ਉੱਥੇ ਦੁਨਿਆਵੀ ਬੰਦੇ ਜਿਹੜਾ ਸੰਸਾਰੀ ਹੈ ਨਾ, ਅਜੇ ਰਜਗੁਣ ਤਮ ਗੁਣ ਸਤਗੁਣ ਵਿੱਚ ਚੱਲਣ ਵਾਲਾ, ਉਹ ਨਹੀਂ ਸੱਚਖੰਡ ਪਹੁੰਚ ਸਕਦਾ। ਸੱਚਖੰਡ ਪਹੁੰਚਿਆ ਤੇ ਭਗਤ ਪਹੁੰਚਿਆ ਹੈ, ਜਿਹਨੂੰ ਗਿਆਨ ਹੋ ਗਿਆ, ਜਿਹਨੇ ਭਰਮ ਮਿਟਾ ਲਿਆ ਤੇ ਜਿਹਨੇ ਤ੍ਰੈ ਗੁਣੀ ਮਾਇਆ ਦਾ ਤਿਆਗ ਕਰ ਦਿੱਤਾ, ਉਹ ਪਹੁੰਚਿਆ ਉੱਥੇ। ਉਹ ਫਿਰ ਸਦਾ ਵਿਗਾਸ ਵਿੱਚ ਹੈ। ਕਿਉਂ ਹੈ? ਕਿਉਂਕਿ ਜਿਹਦੇ ਨਾਲ ਜੁੜਿਆ ਉਹ ਸਦਾ ਹੀ ਸਲਾਮਤ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਉਹ ਸਦਾ ਖਿੜਿਆ ਹੋਇਆ ਹੈ। ਜਦੋਂ ਅਸੀਂ ਗੁਰਬਾਣੀ ਨਾਲ ਜੁੜ ਜਾਾਂਗੇ ਤੇ ਸਦਾ ਵਿਗਾਸ ਵਿੱਚ ਰਵਾਂਗੇ। ਜੇ ਗੁਰਬਾਣੀ ਨਾਲ ਨਹੀਂ ਜੁੜਾਂਗੇ ਤੇ ਫਿਰ ਵਿਗਾਸ ਵਿੱਚ ਨਹੀਂ ਰਵਾਂਗੇ। ਇਸ ਲਈ ਸਾਹਿਬ ਕਹਿੰਦੇ ਨੇ ਉਹ ਵੇਖ ਵੀ ਰਿਹਾ ਔਰ ਵਿਚਾਰ ਵੀ ਕਰ ਰਿਹਾ, ਪ੍ਰਸੰਨ ਵੀ ਹੋ ਰਿਹਾ। ਜਾਂ ਜਿਹੜਾ ਸੱਚਖੰਡ ਵਿੱਚ ਪਹੁੰਚਿਆ ਹੈ ਉਹ ਉੱਥੇ ਦੀ ਵਿਚਾਰ ਕਰਕੇ ਪ੍ਰਸੰਨ ਵੀ ਹੋ ਰਿਹਾ ਤੇ ਸਾਰੀ ਖੇਡ ਉਹਦੀ ਰਚੀ ਹੋਈ ਉਹਨੂੰ ਵੇਖ ਵੀ ਰਿਹਾ ਤੇ ਸਮਝ ਵੀ ਰਿਹਾ ਹੈ। ਨਾਨਕ ਕਥਨਾ ਕਰੜਾ ਸਾਰ। ਗੁਰੂ ਨਾਨਕ ਸਾਹਿਬ ਕਹਿੰਦੇ ਸੱਚਖੰਡ ਵਸੈ ਨਿਰੰਕਾਰ। ਜਿਹੜਾ ਇੱਥੇ ਦੀ ਖੇਡ ਹੈ ਨਾ, ਉਹ ਇਹ ਬਿਆਨ ਕਰਨੀ ਇੰਨੀ ਸੌਖੀ ਨਹੀਂ ਹੈ। ਜਿਹੜੇ ਆਪਣੇ ਆਪਣੇ ਥਾਂ ਬਣਾ ਕੇ ਲੋਕੀ ਬਿਆਨ ਕਰੀ ਜਾਂਦੇ ਆ, ਉੱਥੋਂ ਦੀ ਅਵਸਥਾ ਨੂੰ ਬਿਆਨ ਕਰਨਾ, ਉਹ ਜਿਹੜੀ ਅਸਲ ਗਿਆਨ ਦੀਆਂ ਗੱਲਾਂ ਨੇ, ਉਹਨੂੰ ਬਿਆਨ ਕਰਨ ਦਾ ਮਤਲਬ ਹੈ ਕਰੜਾ ਸਾਰ। ਕਰੜਾ ਸਖਤ, ਸਾਰ ਦਾ ਅਰਥ ਵਿਦਵਾਨਾਂ ਨੇ ਲੋਹਾ ਕੀਤਾ ਹੈ। ਕਹਿੰਦੇ ਜਿਵੇਂ ਲੋਹਾ ਸਖਤ ਹੁੰਦਾ ਨਾ, ਇਵੇਂ ਉਹ ਸੱਚਖੰਡ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਰੜੀਆਂ ਨੇ। ਉਹ ਆਮ ਬੰਦੇ ਨੂੰ ਸਮਝ ਨਹੀਂ ਆਉਣਗੀਆਂ, ਉੱਤੋਂ ਲੰਘ ਜਾਣਗੀਆਂ। ਆਮ ਬੰਦਾ ਤੇ ਕਹੇਗਾ ਪਤਾ ਨਹੀਂ ਕੀ ਕਹੀ ਜਾਂਦੇ ਆ, ਕਿਉਂਕਿ ਅਸੀਂ ਜੁੜੇ ਹੀ ਆਮ ਬ੍ਰਹਮ ਗਿਆਨੀ ਨਾਲ ਆ। ਜੇ ਅਸਲ ਬ੍ਰਹਮ ਗਿਆਨ ਨਾਲ ਜੁੜੇ ਹੁੰਦੇ ਫਿਰ ਗੱਲਾਂ ਸਮਝ ਆਉਂਦੀਆਂ। ਇਸ ਲਈ ਸਾਨੂੰ ਜੋੜਿਆ ਹੀ ਉਹਦੇ ਨਾਲ ਗਿਆ ਜਿਹੜਾ ਬਾਹਰ ਦੇ ਸੱਚਖੰਡ ਦਿਖਾਉਂਦਾ ਹੈ, ਬਾਹਰ ਦੇ ਸਵਰਗ ਦੇ ਝੂਠੇ ਦਵਾਉਂਦਾ ਹੈ। ਔਰ ਉਹਨਾਂ ਸਵਰਗ ਦੇ ਝੂਠਿਆਂ 'ਚ ਪਤਾ ਕੀ ਹੈ? ਤੁਹਾਨੂੰ ਅਪਸਰਾਂ ਮਿਲਣਗੀਆਂ, ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਰਸ। ਜੇ ਫਸਣਾ ਤੇ ਫਿਰ ਉਹਨਾਂ ਵਿੱਚ ਹੀ ਹੈ ਜਾ ਕੇ। ਫਿਰ ਸਾਨੂੰ ਉਹੀ ਰਸ, ਉਹੀ ਸੁੰਦਰਤਾ ਇਹਨਾਂ ਵਿੱਚੋਂ ਨਿਕਲ ਕੇ ਤੇ ਅਸੀਂ ਨਿਰੰਕਾਰ ਨਾਲ ਜੁੜਨਾ ਸੀ, ਪਰ ਅਸੀਂ ਫਿਰ ਉੱਥੇ ਹੀ ਫਸ ਗਏ। ਇਸ ਲਈ ਸਾਹਿਬ ਕਹਿੰਦੇ ਜੇ ਤੁਸੀਂ ਸੱਚਖੰਡ ਪਹੁੰਚਣਾ ਚਾਹੁੰਦੇ ਹੋ ਤੇ ਪਹਿਲਾਂ ਆਹ ਗੱਲ ਸਮਝ ਕੇ ਚੱਲਿਓ,
मन साचा मुख साचा सोए, अवर ना पेखै एकस बिन कोए। नानक ए लक्षण ब्रह्म ज्ञानी होए। ब्रह्म ज्ञानी सदा निर्लेप, जैसे जल में कमल अलेप। फिर तुसी इत्थे तक पहुंच सकते हो। ਉਹਦੇ ਲਈ ਸਾਨੂੰ ਫਿਰ ਕੀ ਕਰਨਾ ਹੈ? ਆਹ ਸੱਚਖੰਡ ਨਾ ਆਪਾਂ ਕਦੀ ਛੱਡੀਏ। ਸਾਧ ਸੰਗਤ ਸੱਚਖੰਡ ਹੈ। ਗੁਰੂ ਸਾਹਿਬ ਦੀ ਸੰਗਤ ਵਿੱਚ ਬੈਠ ਕੇ ਸੱਚੀ ਬਾਣੀ ਨਾਲ ਸਾਂਝ ਪਾਈਏ ਤਾਂ ਆਹ ਖੰਡ, ਇਹ ਭਾਗ ਜਿਹੜੇ ਨੇ ਹਿੱਸੇ, ਇਹਨਾਂ ਨੂੰ ਫਿਰ ਪਾਰ ਕਰਦਿਆਂ, ਪੜਾਅ ਤੈਅ ਕਰਦਿਆਂ ਹੋਇਆਂ, ਪੜਾਅ ਦਰ ਪੜਾਅ ਸੱਚਖੰਡ 'ਚ ਪਹੁੰਚਾਂਗੇ। ਜਿਹਨੂੰ ਕਥਨ ਕਰਨਾ ਬੜਾ ਔਖਾ ਹੈ, ਬੜਾ ਕਰੜਾ ਹੈ, ਇਸ ਲਈ ਪਹੁੰਚ ਕੇ ਹੀ ਪਤਾ ਲੱਗਣਾ ਹੈ। ਕਹਤੇ ਕੋ ਸ਼ੋਭਾ ਨਹੀਂ, ਦੇਖਾ ਹੀ ਪ੍ਰਵਾਨ। ਇਸ ਢੰਗ ਨਾਲ ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਕਰੀਏ, ਨਾਲ ਨਾਲ ਬੇਨਤੀਆਂ ਕਰੀਏ ਕਿ ਇੱਕ ਇੱਕ ਪੌੜੀ ਦਾ ਪਾਠ ਕਰਦਿਆਂ ਕਰਦਿਆਂ ਅੰਦਰ ਕਿਤੇ ਭਗਤੀ ਦਾ ਜਾਗ ਲੱਗ ਜਾਏ। ਫਿਰ ਅਸੀਂ ਗੁੰਮਰਾਹ ਨਾ ਹੋ ਜਾਈਏ, ਕਿਸੇ ਦੀਆਂ ਗੱਲਾਂ 'ਚ ਆ ਕੇ ਭਟਕ ਨਾ ਜਾਈਏ। ਐਸੀ ਦਇਆ ਕਿਰਪਾ ਦ੍ਰਿਸ਼ਟੀ ਸਤਿਗੁਰੂ ਜੀ ਸਾਡੇ ਤੇ ਕਰੋ। ਅਸੀਂ ਤੁਹਾਡੀ ਸੰਗਤ ਵਿੱਚ ਬੈਠ ਕੇ ਇਹ ਬੇਨਤੀ ਜਿਹੜੀ ਆ ਉਹ ਕਰ ਰਹੇ ਹਾਂ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ, ਪਰਿਆ ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਇਹ ਅਰਦਾਸ ਕਰੀਏ ਤਾਂ ਕਿ ਸੱਚਖੰਡ ਵਸੈ, ਨਿਰੰਕਾਰ ਤੱਕ ਸਾਡੀ ਸੋਚ, ਸਾਡੀ ਸੁਰਤ ਪਹੁੰਚੇ। ਉਸ ਆਤਮਿਕ ਮੰਡਲ ਵਿੱਚ ਪਹੁੰਚ ਕੇ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ। ਆਪੇ ਮਿਲੇ ਜੀਵਨ ਸਾਡਾ ਤੁਹਾਡਾ ਸਭਨਾਂ ਦਾ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮੇਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ